ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਸਾਹਿਬ ਜੀਓ। ਚੌਪਈ। ਮੁਖ ਤੇ ਭਾਖ ਹੈ ਸਤਿਗੁਰ ਬੈਨਾ, ਨਹ ਹਿੰਦੂ ਕੋ ਤੁਰਕ ਨਾ ਹੈ ਨਾ। ਜਗ ਮਹਿ ਹਿੰਦੂ ਤੁਰਕ ਨ ਕੋਊ, ਝੂਠੇ ਨਾਮ ਧਰਾਵਹਿ ਦੋਊ। ਮੁਖ ਤੇ ਭਾਖ ਹੈ ਸਤਿਗੁਰ ਬੈਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਗੁਰਸਿੱਖ ਸੰਗਤਾਂ, ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰ ਰਹੇ ਹੋ, ਜੋ ਲੜੀਵਾਰ ਰੂਪ ਵਿੱਚ ਹੀ ਕਾਫੀ ਸਮੇਂ ਤੋਂ ਮੁੱਢ ਤੋਂ ਹੀ ਪ੍ਰਾਰੰਭ ਹੋਇਆ ਹੈ। ਕੱਲ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਮੂਲ ਚੰਦ ਗੁਰੂ ਨਾਨਕ ਸਾਹਿਬ ਜੀ ਦਾ ਸਹੁਰਾ ਕੁੜਮ ਸ਼ਿਆਮੇ ਬ੍ਰਹਮਣ ਨੂੰ ਨਾਲ ਲੈ ਕੇ ਸੁਲਤਾਨਪੁਰ ਪਹੁੰਚਿਆ। ਪੁੱਤਰੀ ਨੂੰ ਆ ਕੇ ਮਿਲਿਆ। ਸਾਰੀ ਗੱਲਬਾਤ ਸੁਣ ਕੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਉਹ ਮੁਰਦਘਾਟ ਸਿਵਿਆਂ ਵਿੱਚ ਡੇਰਾ ਲਾਈ ਬੈਠੇ, ਉੱਥੇ ਗਿਆ। ਕਈ ਤਰ੍ਹਾਂ ਦੇ ਖੋਟੇ ਬਚਨ ਇਸਨੇ ਬੋਲੇ। ਸੰਸਾਰੀ ਸੰਬੰਧ ਜਾਣ ਕੇ, ਬਜ਼ੁਰਗ ਜਾਣ ਕੇ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੰਦਿਆਂ ਹੋਇਆ ਕੁਝ ਵੀ ਨਹੀਂ ਉਸਨੂੰ ਅੱਖੋਂ ਆਖਿਆ ਹੈ। ਫਿਰ ਜਿਹੜਾ ਸਿਆਮਾ ਹੈ, ਇਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਤੂੰ ਤਾਂ ਬਈ ਬੱਚਿਆਂ ਵਾਲੀ ਗੱਲ ਕੀਤੀ ਹੈ। ਬੱਚੇ ਬੇਸਮਝੀ ਵਿੱਚ ਬਹੁਤ ਕੁਛ ਉਲਟ ਪੁਲਟ ਕਰਦੇ ਹੁੰਦੇ। ਤੇਰੀ ਜਿਹੜੀ ਬੁੱਧੀ ਉਹ ਬੱਚਿਆਂ ਵਾਲੀ ਹੈ। ਇਸ ਤਰ੍ਹਾਂ ਇਹ ਤੂੰ ਬਹੁਤ ਕੱਚੀ ਪਿੱਲੀ ਜਿਹੀ ਗੱਲ ਕਰਤੀ ਹੈ। ਜਿਹੜਾ ਬਹੁਤ ਵਧੀਆ ਕੰਮ ਤੈਨੂੰ ਮੋਦੀ ਖਾਨੇ ਦਾ ਪ੍ਰਾਪਤ ਹੋਇਆ ਸੀ, ਉਹ ਤੂੰ ਵੀ ਛੋੜ ਦਿੱਤਾ। ਕੋਈ ਸੋਚ ਵਿਚਾਰ ਹੀ ਨਹੀਂ ਕੀਤੀ ਹੈ, ਨਾ ਮਾਂ ਪਿਓ ਦੀ ਲਜਿਆ ਦੇਖੀ।
ਹੋਰ ਤਰ੍ਹਾਂ ਦਾ ਹੀ ਸਰੀਰ ਤੇ ਲਿਬਾਸ ਜਾ ਪਾ ਲਿਆ ਹੈ, ਕਫਨੀ ਜੀ ਪਾ ਕੇ ਮੁਰਦ ਘਾਟ ਵਿੱਚ ਆ ਬੈਠਾ ਜੋ ਭੈੜਾ ਸਥਾਨ ਹੈ। ਗੁਰੂ ਮਹਾਰਾਜ ਨੇ ਉਸ ਵੇਲੇ ਆਪਣੇ ਮੁਖਾਰਬਿੰਦ ਤੋਂ ਉਹ ਬਸੰਤ ਰੁੱਤ ਸੀ, ਇਹ ਬਸੰਤ ਦੇ ਹੰਡੋਲ ਦੇ ਵਿੱਚ ਆਪ ਜੀ ਨੇ ਇੱਕ ਸ਼ਬਦ ਉਚਾਰਨ ਕਰਕੇ ਇਸ ਨੂੰ ਸਮਝਾਇਆ ਕਿ ਤੂੰ ਠੀਕ ਹੀ ਕਹਿਣਾ ਹੈ ਕਿ ਇਹ ਜਿਹੜਾ ਮਨ ਰੂਪੀ ਰਾਜਾ ਹੈ ਇਹ ਬਾਲਕਾਂ ਵਰਗਾ ਇਆਣਾ ਹੈ, ਤੇ ਜਿਹੜੀ ਦੇਹ ਹੈ ਕੱਚੀ ਨਗਰੀ ਹੈ, ਕੱਚੀ ਰਾਜਧਾਨੀ ਹੈ, ਇਹਦੇ ਵਿੱਚ ਮਨ ਰੂਪੀ ਬਾਲਕ ਰਾਜਾ ਰਹਿੰਦਾ ਹੈ। ਇਹਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਬੜੇ ਦੁਸ਼ਟ ਹੈ ਉਹਨਾਂ ਨਾਲ ਬੜਾ ਪਿਆਰ ਹੈ। ਇਹ ਮਨ ਰਾਜੇ ਦੀਆਂ ਦੋ ਮਾਈਆਂ, ਦੋ ਮਾਤਾਵਾਂ ਕੀ, ਇੱਕ ਵਿਦਿਆ ਇੱਕ ਮਾਇਆ ਹੈ। ਇਸੇ ਤਰ੍ਹਾਂ ਦੋ ਹੀ ਇਹਦੇ ਪਿਤਾ ਹਨ, ਇੱਕ ਜੀਵ ਹੈ, ਇੱਕ ਈਸ਼ਰ ਹੈ। ਹੈ ਵੀ ਪੰਡਤਾ ਵਿਚਾਰ ਕਰ ਲਾ ਵੀ ਯਥਾਰਥ ਹੈ। ਇਹ ਦੋਹਾਂ ਨੇ ਪੈਦਾ ਕੀਤਾ ਹੈ ਤੇ ਬੜਾ ਕੁਟਲਤਾ ਦਾ ਇਹ ਕਾਰਨ ਹੈ, ਮੁੱਢ ਕੋਟਪੁਣੇ ਦਾ ਮੁੱਢ ਹੈ। ਤੇ ਦੱਸ ਵੀ ਇਹ ਮਨ ਰੂਪੀ ਬੱਚੇ ਨੂੰ, ਰਾਜੇ ਨੂੰ ਕਿਵੇਂ ਸਵਾਰਨਾ ਹੋਵੇ, ਕਿਵੇਂ ਇਹ ਸੁਧਰੇ। ਇਹ ਆਪ ਵਿਚਾਰ ਕਰਕੇ ਫਿਰ ਮੈਨੂੰ ਕੋਈ ਸਿੱਖਿਆ ਦੇ। ਆਹ ਤੇਰਾ ਆਪਣਾ ਮਨ ਬੱਚਾ ਬੜਾ ਖਰਾਬ ਹੈ, ਇਹ ਨਹੀਂ ਕਿਤੇ ਖੜਦਾ, ਇਹ ਖੋਟੇ ਕੰਮ ਕਰਦਾ, ਸਾਨੂੰ ਤੂੰ ਕਿਵੇਂ ਕਹਿਣਾ ਬਾਲਿਆ ਬੱਚਾ ਵਾਲਾ ਕਰਾ, ਤੇਰਾ ਮਨ ਰੂਪੀ ਬੱਚਾ ਕੀ ਕਰਦਾ ਹੈ। ਪਹਿਲਾਂ ਆਪਣੇ ਮਨ ਬੱਚੇ ਨੂੰ ਸਮਝਾ, ਇਹਨੂੰ ਮਾੜੇ ਪਾਸੇ ਤੋਂ ਰੋਕ, ਫਿਰ ਸਾਨੂੰ ਕੁਛ ਕਹੀਂ ਤੂੰ। ਜਿਹੜਾ ਤੇਰਾ ਆਪ ਹੀ ਮਨ ਬੱਚਾ ਇੱਧਰ ਉੱਧਰ ਭੜਕਦਾ, ਪੁੱਠੇ ਕੰਮ ਕਰਦਾ, ਪੁੱਠੇ ਫੁਰਨੇ ਕਰਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੁਸ਼ਟਾਂ ਨਾਲ ਇਹਦਾ ਪਿਆਰ ਹੈ, ਉਹਨਾਂ ਦੇ ਆਖੇ ਲੱਗਦਾ ਹੈ, ਤੇ ਤੂੰ ਕਿਸੇ ਨੂੰ ਕੀ ਸਿੱਖਿਆ ਦੇਵੇਂ। ਯਥਾਰਥ ਸੁਣ ਕੇ ਫਿਰ ਇਹਨੂੰ ਤਾਂ ਬਦ ਗੱਲ ਨਹੀਂ ਆਈ ਹੈ। ਫਿਰ ਜਿਹੜਾ ਮੂਰ ਚੰਦ ਹੈ ਉਹਨੇ ਕੁਝ ਕਿਹਾ ਵੀ ਜੇ ਤੈਨੂੰ ਇਹੋ ਜਿਹਾ ਗਿਆਨ ਸੀ, ਇਹੋ ਜਿਹੇ ਵਿਚਾਰ ਸੀ, ਫਿਰ ਤੂੰ ਸ਼ਾਦੀ ਕਿਉਂ ਕਰਾਈ। ਕਿਉਂ ਕਰਾ ਕੇ ਨਾਲੇ ਮੈਨੂੰ ਨਾਲੇ ਮੇਰੀ ਲੜਕੀ ਨੂੰ ਦੁੱਖ ਦਿੱਤਾ। ਇਹ ਗਿਆਨ ਸੀ ਫਿਰ ਤਾਂ ਤੂੰ ਆ ਕਿਉਂ ਲੁਟਾਤਾ। ਸਿਆਣਾ ਹੁੰਦਾ ਆਪਣੇ ਪੁੱਤਰ ਨੂੰ ਹੁੰਦਾ, ਪਤਨੀ ਦਿੰਦਾ, ਟਕਾ ਨਹੀਂ ਦਿੱਤਾ। ਬਿਨਾਂ ਲੱਜਿਆ ਰੋ ਕੇ ਸੱਟ ਖਾ ਕੇ ਕੱਜ ਗਿਆ ਹੈ। ਇਸ ਤਰ੍ਹਾਂ ਲਾਂਭਾ ਜਾ ਕੀਤਾ। ਮਹਾਰਾਜ ਕਹਿੰਦੇ ਵੀ ਅੰਦਰ ਜਿਹਦੇ ਅਗਨ ਹੁੰਦੀ ਹੈ ਨਾ, ਤੇ ਬਾਹਰ ਕਹਿੰਦੇ ਦੇਖੀਏ ਫਿਰ ਵੀ ਬਨਸਪਤੀ ਮੌਲਦੀ ਹੈ। ਅੰਦਰ ਕਹਿੰਦੇ ਇਸ ਨਾਲ ਸਾ ਤ੍ਰਿਸ਼ਨਾ ਦੀ ਅੱਗ ਹੈ, ਤੇ ਬਨਸਪਤੀ ਜਿਹੜੀ ਆ ਸੋਗਣਾ ਦੀ ਬਨਸਪਤੀ ਹੈ, ਫਿਰ ਵੀ ਪ੍ਰਫੁੱਲਤ ਹੋ ਰਹੀ, ਖਿੜ ਰਹੀ ਹੈ। ਜਾਂ ਇਹ ਸੰਸਾਰ ਰੂਪ ਸ੍ਰਿਸ਼ਟੀ ਰੂਪੀ ਜਿਹੜੀ ਬਨਸਪਤੀ ਫਲ ਫੁੱਲੀ ਹੈ, ਉਹ ਸਾਰੇ ਦੇ ਅੰਦਰ ਜੇਠ ਜਠ ਅਗਨੀ ਵੀ ਹੈਗੀ ਆ, ਸਾ ਤ੍ਰਿਸ਼ਨਾ ਰੂਪੀ ਅੱਗ ਵੀ ਹੈਗੀ ਹੈ। ਇਸੇ ਤਰ੍ਹਾਂ ਸਾਗਰ ਪੰਡਾ ਪਾਇਆ, ਸਮੁੰਦਰ ਜਿਹੜਾ ਹੈ ਜਿਸ ਪਰਮੇਸ਼ਰ ਨੇ ਆਪਣੇ ਹੁਕਮ ਰੂਪੀ ਪੰਡ ਵਿੱਚ ਪਾਇਆ ਹੋਇਆ, ਆਪਣੇ ਹੁਕਮ ਰੂਪੀ ਪੰਡ ਵਿੱਚ ਬੰਨਿਆ ਪਾਇਆ ਰੱਖਿਆ ਹੈ। ਚੰਦਰਮਾ ਤੇ ਸੂਰਜ ਦੋਵੇਂ ਸ਼੍ਰੀ ਘਰ ਵਿੱਚ ਵੀ ਹੈਗੇ, ਬ੍ਰਹਮੰਡ ਰੂਪ ਘਰ ਵਿੱਚ ਵੀ ਹੈਗੇ ਹੈ। ਇਹੋ ਜਿਹਾ ਗਿਆਨ ਤਾਂ ਤੈਨੇ ਵੀ ਪਾਇਆ ਨਹੀਂ ਹੈ। ਸਾਨੂੰ ਕਹਿੰਦਾ ਵੀ ਇਹ ਟਕਾ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਤਾਂ ਲਟਾ ਦਿੱਤਾ ਹੈ। ਇਸ ਤਰ੍ਹਾਂ ਇਹ ਹਰ ਇੱਕ ਦੇ ਅੰਦਰ ਆਸਾ ਤ੍ਰਿਸ਼ਨਾ ਰੂਪੀ ਬਹੁਤ ਹੀ ਅੱਗ ਬੜ ਰਹੀ ਹੈ। ਜੇ 100 ਮਿਲ ਜਾਏ ਫਿਰ 1000 ਚਾਹੁੰਦਾ ਹੈ, ਜੇ 1000 ਮਿਲ ਜਾਣ ਫਿਰ ਲੱਖਾਂ ਚਾਹੁੰਦਾ ਹੈ, ਜੇ ਲੱਖਾਂ ਮਿਲ ਜਾਏ ਕਰੋੜਾਂ, ਤੇ ਅਰਬਾਂ ਕਰਬਾਂ ਤੋਂ ਵੀ ਪਾ ਕੇ ਤ੍ਰਿਪਤ ਨਹੀਂ ਹੁੰਦਾ। ਇਹ ਮੂਰਛਾਂ ਤੂੰ ਵਿਚਾਰ ਕੇ ਤਾਂ ਦੇਖ ਮਨ ਵਿੱਚ,
ਜਿਹੜਾ ਤ੍ਰਿਸ਼ਨਾਲੂ ਪੁਰਸ਼ ਹੈ ਉਹਨੂੰ ਤਾਂ ਸਮੇਰ ਪਰਬਤ ਸੋਨੇ ਦਾ ਵੀ ਦੇ ਦਈਏ, ਉਹ ਥੋੜਾ ਜਿਹਾ ਜਾਣਦਾ ਹੈ। ਇਹ ਤ੍ਰਿਸ਼ਨਾ ਦਾ ਜਿਹੜਾ ਪੇਟ ਹੈ ਆਕਾਸ਼ ਦੇ ਨਾਲੋਂ ਵੀ ਬਹੁਤ ਵੱਡਾ ਜ਼ਿਆਦਾ ਹੈ। ਸੋ ਇਸ ਤਰ੍ਹਾਂ ਬਨਸਪਤੀ ਵਾਂਗੂਆਂ ਜਿਵੇਂ ਟਾਹਣੀਆਂ ਹੁੰਦੀਆਂ ਬਿਰਛਾਂ ਦੀਆਂ, ਇਸ ਤਰ੍ਹਾਂ ਪੁੱਤਰ ਧੀਆਂ ਰਿਸ਼ਤੇਦਾਰ ਸਾਕ ਸੰਬੰਧੀ ਹੈ। ਜਿਉਂ ਜਿਵੇਂ ਬਿਰਛ ਵੱਡਾ ਹੁੰਦਾ ਉਹਦੀਆਂ ਟਾਹਣੀਆਂ ਟਾਹਣੇ ਵੱਧਦੇ ਹੈ, ਇਸ ਤਰ੍ਹਾਂ ਜਿਵੇਂ ਜਿਵੇਂ ਸਰੀਰ ਵੱਧਦਾ ਬਿਰਛ ਵਾਂਗੂ ਇਵੇਂ ਪੁੱਤਰ ਪੁੱਤੀਆਂ ਹੋਰ ਰਿਸ਼ਤੇਦਾਰ ਦੇ ਵੱਧਦੇ ਹੈ ਦਰਖਤ ਦੀ ਟਾਹਣੀਆਂ ਟਾਹਣਿਆਂ ਵਾਂਗ। ਜਿਨ੍ਹਾਂ ਨੇ ਪਰਮੇਸ਼ਰ ਨੂੰ ਸੁੰਦਰ ਨੂੰ ਆਪਣੇ ਮੁੰਡ ਵਿੱਚ ਪਾ ਲਿਆ, ਆਪਣੇ ਵਸ ਵਿੱਚ ਕਰ ਲਿਆ, ਉਹ ਅਸਲੀ ਮਹਾਨ ਹਨ। ਨਹੀਂ ਤਾਂ ਇਹ ਵੱਧਾ ਹੋਇਆ ਇਹਨਾਂ ਵਿੱਚ ਹੀ ਫਸਿਆ ਹੋਇਆ ਰਾਤ ਦਿਨ ਬਤੀਤ ਕਰੀ ਜਾਂਦਾ ਹੈ। ਇਸ ਕਰਕੇ ਜਿਹੜਾ ਸਮੁੰਦਰੂ ਪਰਮਾਤਮਾ ਹੈ, ਜਿਹੜਾ ਉਹਨੂੰ ਆਪਣੇ ਸਰੀਰ ਵਿੱਚ ਪਿੰਡ ਵਿੱਚ ਪਾ ਲੈਂਦਾ ਹੈ, ਸਰੀਰ ਰਾਹੀਂ ਜਬ ਤੋਂ ਕਮਾਈ ਕਰਕੇ ਪ੍ਰਾਪਤ ਕਰ ਲੈਂਦਾ, ਉਹ ਮੁਕਤ ਹੋ ਜਾਂਦਾ, ਛੁੱਟ ਜਾਂਦਾ ਹੈ। ਇਸ ਤਰ੍ਹਾਂ ਸੁਣ ਕੇ ਮੂਰ ਚੰਦ ਚੁੱਪ ਹੋ ਗਿਆ ਹੈ। ਫਿਰ ਇਹ ਸ਼ਾਮਾ ਬੋਲ ਪਿਆ ਹੈ। ਹਿਰਦੇ ਪਰਸਾਏ ਮਹਾਰਾਜ ਕਹਿੰਦੇ ਵੀ ਤੂੰ ਕਹਿੰਦਾ ਵੀ ਜੰਗਲ ਦੀ ਜਾਣ ਦੀ ਕੀ ਲੋੜ ਹੈ, ਘਰੇ ਬੈਠ ਕੇ ਰਾਮ ਰਾਮ ਸਿਮਰਿਆ ਜਾ ਸਕਦਾ ਹੈ। ਉਹ ਸਾਰੇ ਥਾਵਾਂ ਵਿੱਚ ਘਰੇ ਹੀ ਹੈਗਾ ਹੈ। ਇਹ ਕਹਿਣਾ ਹੀ ਕਹਿਣਾ ਹੈ, ਰਾਮ ਸਾਰੇ ਰਵਿਆ ਹੋਇਆ ਸਾਣੀ ਜਾਣਿਆ ਜਾਏ। ਸਹੀ ਰੂਪ ਵਿੱਚ ਇੱਕ ਜਿਹੜੀ ਮਾਇਆ ਹੈ ਉਹਦਾ ਤਿਆਗ ਕਰਨ ਨੂੰ ਪੇ ਭੋਗ ਪਾ ਦੇਣਾ ਕਰੇ, ਉਹਨੂੰ ਸੰਭਾਵਿਤ ਕਰ ਦੇ। ਚਾਹੇ ਮਾਇਆ ਦਾ ਤਿਆਗ ਕਰਨ ਨੂੰ ਅਵਤਾਰਤਾ ਨਾਲ ਇਹਨੂੰ ਧਰਮ ਦੇ ਅਰਥ ਲਾਖੇ ਲਾ ਦੇਵੇ। ਇਸ ਤਰ੍ਹਾਂ ਇਹਦੇ ਨਾਲ ਭੋਗ ਕਰੇ, ਇਹਦੇ ਨਾਲ ਧਰਮ ਦੇ ਲੇਖੇ ਲਾ ਕੇ ਸੁਖ ਮਾਣੇ, ਦਾਨੀ ਬਣ ਕੇ ਜਸ ਲਵੇ। ਫਿਰ ਜਿਹੜਾ ਇਹ ਮਾਇਆ ਦਾ ਭੋਗ ਪਾ ਦਿੰਦਾ ਹੈ, ਤਿਆਗ ਕਰਦਾ, ਉਹਦੇ ਲੱਖਣ ਇਹ ਜਾਣੇ ਜਾਂਦੀ। ਔਰ ਖਿਮਾ ਰੂਪੀ ਧਨ ਬਹੁਤਾ ਇਕੱਠਾ ਕਰਦਾ ਹੈ, ਹਮੇਸ਼ਾ ਸਹਾਰਨ ਸ਼ਕਤੀ ਰੱਖਦਾ ਹੈ। ਇਸ ਤਰ੍ਹਾਂ ਸੁਣ ਕੇ ਫੇਰ ਮੂਰ ਚੰਦ ਨੇ ਕਿਹਾ, ਇਹਨਾਂ ਨਹੀਂ ਕੁਝ ਸੁਣਨਾ, ਆਪਾਂ ਚੱਲੀਏ, ਕਿਉਂ ਮਗਜ ਮਾਰਦੇ। ਮਹਾਰਾਜ ਨੇ ਕਿਹਾ ਵੀ ਹਾਂ ਠੀਕ ਹੈ ਨਾ। ਆ ਜਿਹੜੇ ਕੋਈ ਸਾਖ ਸੰਬੰਧੀ ਹੈ, ਪੁੱਤਰ ਧੀ ਹੈ, ਜਦੋਂ ਬੁੱਢਾ ਹੋ ਜਾਂਦਾ ਇਹ ਵੀ ਕਿਹਾ ਨਹੀਂ ਸੁਣਦੇ, ਨੱਕ ਖਾਧਾ ਪੀਤਾ ਮੰਨਦੇ। ਜਿਹੜਾ ਪਾਲਿਆ ਪੁੱਛਿਆ ਪੁੱਤਰਾਂ ਨੂੰ ਹੁੰਦਾ ਵੀ ਤੁਹਾਨੂੰ ਆਹ ਖਵਾਇਆ, ਕਹਿੰਦੇ ਕੋਈ ਨਹੀਂ ਮੰਨਦੇ ਬੁੱਢੇ ਦਾ। ਪਰ ਫਿਰ ਵੀ ਕਹਿੰਦੇ ਬਜ਼ੁਰਗ ਦਾ ਉਹਨਾਂ ਨਾਲ ਹੀ ਨਿਵਾਸ ਹੁੰਦਾ, ਉਹਨਾਂ ਵਿੱਚ ਹੀ ਹੁੰਦਾ ਹੈ, ਉਹਨਾਂ ਨੂੰ ਆਪਣੇ ਜਾਣਦਾ ਹੈ। ਇਸ ਤਰ੍ਹਾਂ ਜਿਹੜੇ ਅੰਦਰਲੇ ਕਹਿੰਦੇ ਪੁੱਤਰ ਧੀਆਂ ਵਾਂਗ ਗਿਆਨ ਅੰਦਰੇ, ਜਿੰਨਾ ਮਰਜ਼ੀ ਇਹਨਾਂ ਨੂੰ ਵਿਸ਼ੇ ਪਦਾਰਥ ਸਿਖਾਈ ਜਾਈਏ, ਇਹ ਕਹਿੰਦੇ ਗੱਲ ਹੀ ਨਹੀਂ ਸੁਣਦੇ। ਫਿਰ ਵੀ ਤੁਸੀਂ ਹੁਣ ਤਿਰਪਤਾ ਹੋ ਜਾਓ, ਨਾ ਕਿਹਾ ਹੋਇਆ ਉਪਦੇਸ਼ ਮੰਨਦੇ ਹੈ, ਸਿਆਣੇ ਨਹੀਂ ਬਣਦੇ। ਫਿਰ ਵੀ ਇਹਨਾਂ ਇੰਦਰੀਆਂ ਨਾਲ ਹੀ ਦਾ ਨਿਵਾਸ ਹੁੰਦਾ, ਉਹਨਾਂ ਦੇ ਮਗਰ ਹੀ ਲੱਗਦਾ। ਪਦਾਰਥ ਪਾ ਕੇ ਮਨ ਦਾ ਸੁਭਾਅ ਹੈ, ਕਹਿੰਦੇ ਵਿੱਚ ਥੋੜਾ ਭਾਰਾ ਹੋ ਜਾਂਦਾ ਹੈ, ਚਲਾ ਜਾਏ ਤੇ ਫਿਰ ਮਸਤਕ ਜਿੰਨਾ ਮਨ ਮੁਰਝਾ ਜਾਂਦਾ, ਨਿੱਕਾ ਜਿਹਾ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਕਰਕੇ ਜੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ, ਮਨ ਨੂੰ ਸੁਧਾਰਨਾ, ਫਿਰ ਜਿਹੜੇ ਵਾਹਿਗੁਰੂ ਦੇ ਦਾਸ ਹਨ ਉਹਨਾਂ ਦਾ ਦਾਸ ਹੋਣਾ ਚਾਹੀਏ। ਇਸ ਤਰ੍ਹਾਂ ਸੋ ਉਪਦੇਸ਼ ਦੀ ਬਖਸ਼ਿਸ਼ ਆਪ ਜੀ ਨੇ ਇਹ ਦੋਹਾਂ ਨੂੰ ਕੀਤੀ। ਮੂਲ ਚੰਦ ਦੇ ਤੋਂ ਉੱਪਰ ਕੋਈ ਅਸਰ ਨਹੀਂ ਹੋਇਆ ਹੈ, ਪਰ ਜਿਹੜਾ ਬ੍ਰਹਮਣ ਸਿਆਮਾ ਹੈ ਉਹਦੇ ਤੇ ਅਸਰ ਕਹਿ ਗਿਆ। ਉਹ ਤਾਂ ਝੱਟ ਮਹਾਰਾਜ ਦੇ ਚਰਨੀ ਪੈ ਗਿਆ, ਕਹਿੰਦੇ ਮਹਾਰਾਜ ਮਨ ਨੂੰ ਬਖਸ਼ੋ। ਜਦੋਂ ਇਹਨਾਂ ਚਰਨਾਂ ਤੇ ਨਮਸਕਾਰ ਕੀਤੀ ਹੈ, ਦੀਨਤਾ ਨਿਮਰਤਾ ਦਿਖਾਈ ਹੈ, ਮੇਰ ਦੀ ਨਿਗਾਹ ਕਰ ਦਿੱਤੀ, ਇਹਦਾ ਤੀਸਰਾ ਗਿਆਨ ਦਾ ਨੇਤਰ ਖੋਲ ਦਿੱਤਾ ਹੈ, ਮਨ ਬਿਰਤੀ ਜੋੜ ਦਿੱਤੀ, ਉਹ ਸਸਵੈ ਸਰੂਪ ਦੇ ਵਿੱਚ ਨਿਹਾਲ ਕਰ ਦਿੱਤਾ ਹੈ। ਇਸ ਤਰ੍ਹਾਂ ਇਹ ਸ਼ਾਮਾ ਬ੍ਰਹਮਣ ਨਿਹਾਲ ਹੋ ਕੇ ਆ ਗਿਆ। ਮੂਰ ਚੰਦ ਦਾ ਜੇ ਕੋਈ ਪਿਛਲਾ ਐਸਾ ਕਰਮ ਸੀ
ਅਖੀਰ ਤੇ ਜਾ ਕੇ ਇਹਨੇ ਵੀ ਸੁਧਰ ਜਾਣਾ ਹੈ, ਮਹਾਰਾਜ ਅੱਗੇ ਝੁਕ ਜਾਣਾ ਹੈ। ਇਸੇ ਤਰ੍ਹਾਂ ਕਾਲੂ ਜੀ ਨੇ ਵੀ ਮਹਾਰਾਜ ਅੱਗੇ ਝੁਕ ਜਾਣਾ ਹੈ। ਦੇਖ ਕੇ ਮਹਾਰਾਜ ਉਹ ਜਦੋਂ ਸੁਪਨੇ ਰਾਹੀਂ ਸਾਰਾ ਕੁਛ ਦਿਖਾਉਣਗੇ ਵੀ ਅਸਰਾਜ ਸਰੂਜੀ ਕਰਨ ਦੀ ਤੈਨੂੰ ਕੋਈ ਲੋੜ ਨਹੀਂ, ਤੇਰੇ ਬਜ਼ੁਰਗਾ ਤੇਰੇ ਖੀਰ ਕੜਾਹ ਦੀ ਇੱਛਾ ਨਹੀਂ ਰੱਖਦੇ। ਉਹ ਤਾਂ ਉੱਥੇ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਭੁੱਖ ਹੀ ਨਹੀਂ ਲੱਗਦੀ, ਚਾਹਨਾ ਨਹੀਂ ਰਹਿੰਦੀ ਹੈ। ਕਹਿੰਦਾ ਜੀ ਦਿਖਾਓ। ਮਹਾਰਾਜ ਨੇ ਦਿਖਾ ਦਿੱਤਾ ਸੀ। ਫਿਰ ਕਹਿੰਦਾ ਜੀ ਉੱਥੇ ਛੇਤੀ ਦੇ ਕੇ ਭੇਜੋ ਮੈਨੂੰ। ਮਹਾਰਾਜ ਕਹਿੰਦੇ ਉੱਥੇ ਵੀ ਚਲਾ ਜਾਏਗਾ। ਫਿਰ ਇਸ ਤਰ੍ਹਾਂ ਅੱਖਾਂ ਨਾਲ ਦੇਖ ਕੇ ਸ਼ਰਧਾ ਆ ਗਈ। ਇਹ ਕਹਿਣ ਲੱਗਿਆ ਮਹਾਰਾਜ ਜਿਵੇਂ ਬਾਕੀ ਲੋਕਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਹੁਣ ਮੈਨੂੰ ਵੀ ਦਿਓ। ਤੁਸੀਂ ਤਾਂ ਪਰਮੇਸ਼ਰ ਰੂਪ ਹੈ, ਮੈਂ ਤੁਹਾਨੂੰ ਬੱਚਾ ਸਮਝ ਕੇ ਬਹੁਤ ਪਿਛਲਾ ਬੋਲਦਾ, ਬਖਸ਼ੋ ਜੀ। ਫਿਰ ਇਹਨੂੰ ਗਿਆਨ ਦੀ ਬਖਸ਼ਿਸ਼ ਕਰ ਦਿੱਤੀ ਸੀ। ਇਸ ਤਰ੍ਹਾਂ ਅੱਗੇ ਸਾਰੇ ਪ੍ਰਸੰਗ ਆਉਣਗੇ। ਜਿਵੇਂ ਵਾਪਸ ਪਰਤ ਆਏ ਤੇ ਉਹ ਮੁਰਦ ਘਾਟ ਵਾਲੀ ਜਗ੍ਹਾ ਮਹਾਰਾਜ ਉਸੇ ਤਰ੍ਹਾਂ ਬੈਠੇ ਹੈ। ਤੇ ਜਿਹੜੇ ਕੋਈ ਮਰੇ ਹੋਏ ਹੈ, ਅਪਗਤ ਗਏ ਹੋਏ ਹੈ, ਨਰਕਾਂ ਵਿੱਚ ਗਏ ਹੈ, ਜਿਹਦੇ ਤੇ ਚਰਨ ਸ਼ੋਸ਼ ਹੋ ਜਾਂਦਾ ਉਹੀ ਨਰਕਾਂ ਵਿੱਚੋਂ ਨਿਕਲ ਕੇ ਸੱਚ ਕੇ ਵਿੱਚ ਜਾ ਜਾਂਦਾ, ਉਤਰ ਜਾਂਦਾ ਹੈ। ਜਿਵੇਂ ਮਹਾਰਾਜ ਉੱਥੇ ਵਿਚਰਦੇ ਹੋਏ ਮੁਖ ਤੋਂ ਕਹਿੰਦੇ ਕਿਸੇ ਨੂੰ ਹੋਰ ਨੂੰ ਨਿਹਾਲ ਕਰਨਾ, ਉਹ ਸਬਬ ਮਹਾਰਾਜ ਬਣਾ ਲੈਂਦੇ ਸੀ। ਕਿਤੇ ਭਾਈ ਮਰਦਾਨਾ ਜੀ ਰਾਹੀਂ ਬਣਾ ਲੈਂਦੇ ਸੀ, ਕਿਤੇ ਆਪ ਕੁਝ ਕਰ ਲੈਂਦੇ ਸਨ। ਮੁਖ ਤੋਂ ਐਸਾ ਵੈਸਾ ਬਚਨ, ਜਿਸ ਤਰ੍ਹਾਂ ਆਪ ਹਰਿਦੁਆਰ ਗਏ, ਉੱਥੇ ਉਹ ਗੰਗਾ ਦੇ ਵਿੱਚ ਵੜ ਗਏ। ਲੋਕ ਚੜ੍ਹਦੀ ਤਰਫ ਨੂੰ ਪਾਣੀ ਜਾ ਦਿੰਦੇ ਸੀ, ਮਹਾਰਾਜ ਸ਼ਿਵ ਦੀ ਤਰਫ ਲੱਗ ਕੇ ਮਾਰਨ। ਉਹ ਦੇਖ ਕੇ ਫਿਰ ਕਹਿਣ ਲੱਗੇ ਜੀ ਆਹ ਤੁਸੀਂ ਕੀ ਕਰਦੇ ਹੋ? ਮਹਾਰਾਜ ਕਹਿੰਦੇ ਆਹ ਤੁਸੀਂ ਕੀ ਕਰਦੇ ਹੋ? ਕਹਿੰਦੇ ਜੀ ਅਸੀਂ ਤਾਂ ਸੂਰਜ ਨੂੰ ਪਾਣੀ ਦਿੰਦੇ। ਮਹਾਰਾਜ ਕਹਿੰਦੇ ਸੂਰਜ ਪਾਣੀ ਲੈ ਕੇ ਕੀ ਕਰੂਗਾ? ਕਹਿੰਦੇ ਜੀ ਉਹ ਅੱਗੇ ਪਿਤਰਾਂ ਨੂੰ ਦੇ ਦੇਊਗਾ, ਸਾਡੇ ਪਿਤਰ ਤਿਰਪਤ ਹੋ ਜਾਣਗੇ, ਰੱਜ ਜਾਣਗੇ। ਮਹਾਰਾਜ ਕਹਿੰਦੇ ਵੀ ਅਸੀਂ ਵੀ ਆਪਣੀ ਖੇਤੀ ਨੂੰ ਤਿਰਪਤ ਕਰਦੇ ਹਾਂ। ਅਸੀਂ ਰੋਜ਼ ਜਦੋਂ ਇਸ਼ਨਾਨ ਕਰਦੇ ਹਾਂ, ਜਦੋਂ ਆਏ ਉੱਥੇ ਖੇਤ ਬੀਜ ਕੇ ਆਏ ਹਾਂ, ਉੱਚੇ ਥਾਂ ਹੈ, ਰੇਤਲਾ ਸਥਾਨ ਹੈ, ਜਦੋਂ ਰੋਜ਼ ਇੱਥੋਂ ਪਾਣੀ ਦੇ ਦਿੰਦੇ। ਕਹਿੰਦਾ ਜੀ ਇਹ ਤਾਂ ਇੱਥੇ ਡੁੱਲੀ ਜਾਂਦਾ, ਇਹ ਤਾਂ ਤੁਹਾਡੀ ਜਿਹੜੀ ਕਿਰਤ ਨਿਸ਼ਫਲ ਹੈ, ਇਹ ਤਾਂ ਨਹੀਂ ਤੁਹਾਡਾ ਖੇਤ ਨਹੀਂ ਰਵਣਾ। ਮਹਾਰਾਜ ਕਹਿੰਦੇ ਵੀ ਸਾਡਾ ਖੇਤ ਤਾਂ ਧਰਤੀ ਤੇ ਹੈ, ਤੁਹਾਡੇ ਤਾਂ ਪਿਤਰੋ ਉੱਪਰ ਬਹੁਤ ਦੂਰ ਕਿਤੇ ਹੈ, ਤੁਹਾਡਾ ਪਾਣੀ ਵੀ ਇੱਥੇ ਡਿੱਗੀ ਜਾਂਦਾ ਹੈ, ਤੁਹਾਡਾ ਕਿਹੜਾ ਜਾਂਦਾ ਹੈ। ਜੇ ਸਾਡੇ ਨਹੀਂ ਖੇਤ ਰਮਦੇ ਤੇ ਫਿਰ ਤੁਹਾਡਾ ਵੀ ਪਾਣੀ ਦਿੱਤਾ ਬਜ਼ੁਰਗਾਂ ਨੂੰ ਨਹੀਂ ਜਾਣਾ। ਕਿਸੇ ਨੂੰ ਗੱਲ ਨਹੀਂ ਆਈ, ਚੁੱਪ ਹੋ ਗਏ। ਉਸੇ ਤਰ੍ਹਾਂ ਫਿਰ ਮਹਾਰਾਜ ਉਹ ਪਾਣੀ 'ਚ ਚੱਟੀ ਗਏ। ਇਸੇ ਤਰ੍ਹਾਂ ਫਿਰ ਜਦੋਂ ਕੁਰਸ਼ੇਤਰ ਗਏ, ਉਦੋਂ ਰਾਜੇ ਦੇ ਪੁੱਤਰ ਨੂੰ ਬਹਾਨਾ ਜਿਹਾ ਬਣਾ ਲਿਆ। ਉਹਨੂੰ ਕਹਿੰਦੇ ਵੀ ਆਹ ਹਰਨ ਜਿਹਾ ਜਿਹੜਾ ਮਾਰ ਕੇ ਲਿਆ ਇਹਨੂੰ ਇੱਥੇ ਰਹਿਣਾ। ਉਹ ਧੂੰਆਂ ਜਿਹਾ ਨਿਕਲਿਆ ਤੇ ਸਾਰੇ ਔਖੇ ਹੋ ਗਏ ਵੀ ਤੂੰ ਗ੍ਰਹਿਣ ਲੱਗਿਆ, ਇਹ ਕਿਉਂ ਕਰਿਆ ਹੈ, ਗੱਲ ਪੈ ਗਈ। ਮਹਾਰਾਜ ਕਹਿੰਦੇ ਵੀ ਜੇ ਤਾਂ ਵਿਚਾਰ ਨਾਲ ਗੱਲ ਕਰਨੀ ਹੈ ਫਿਰ ਤਾਂ ਜਿਵੇਂ ਮਰਜ਼ੀ ਕਰੋ, ਤਿਆਰ ਹੈ। ਤੇ ਬਾਕੀ ਹੈ ਡਾਕ ਨੂੰ ਗੁੱਸਾ ਕਰਨਾ, ਫਿਰ ਤੈਨੂੰ ਕੁਛ, ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ। ਇੱਕ ਨਾਨੋ ਪੰਡਤ ਸੀ, ਉਹ 4 ਅੱਖਰ ਪੜ੍ਹ ਕੇ ਭਵਿੱਖਤ ਪੁਰਾਣ ਵਿੱਚੋਂ ਵੀ ਕਲਯੁਗ ਦੇ ਜਦੋਂ 5000 ਸਾਲਾ ਬੀਤੂਗਾ, ਨਾਨਕ ਨਾਮ ਦਾ ਅਵਤਾਰ ਆਊਗਾ। ਇਹੀ ਆਪਣੇ ਆਪ ਨੂੰ ਨਾਨਕ ਕਹਾ ਰਿਹਾ ਸੀ, ਹੈ ਨਾਨੂ ਸੀ ਇਹਦਾ ਨਾਂ। ਇਹਨੂੰ ਫਿਰ ਸਾਰਿਆਂ ਦੇ ਅੱਗੇ ਕਰ ਦਿੱਤਾ ਸੀ ਵੀ ਤੂੰ ਮਹਾਰਾਜ ਨਾਲ ਗੱਲ ਕਰ। ਫਿਰ ਮਹਾਰਾਜ ਨੇ ਇਹਨੂੰ ਸਮਝਾਇਆ, ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਮਾਸ ਕਿਉਂ ਰਹਿੰਦੇ ਹੈ, ਮਾਸ ਕਿਉਂ ਹੈ, ਝਗੜੇ ਹੈ। ਜਿਹੜੀ ਗਿਆਨ ਧਿਆਨ ਦੀ ਗੱਲ ਹੈ ਉਹ ਤਾਂ ਤੁਸੀਂ ਜਾਣਦੇ ਨਹੀਂ। ਕੌਣ ਮਾਸ ਕੌਣ ਸਾਗ ਕਹਾਵੇ, ਕਿਹੜਾ ਮਾਸ ਕਿਹਾ ਜਾਂਦਾ, ਕਿਹਨੂੰ ਸਾਗ ਕਿਹਾ ਜਾਂਦਾ। ਧਰਮ ਦੀ ਕਿਰਤ ਕਰਕੇ, ਹੱਕ ਸੱਚ ਦੀ ਕਮਾਈ ਕਰਕੇ ਖਾਣਾ ਸਾਗ ਦਾ ਖਾਣਾ ਹੈ।
ਆ ਮਲਕ ਭਗਵਾਨ ਲੁੱਟ ਪੁੱਟ ਕੇ ਖੂਨ ਨਿਚੋੜ ਕੇ ਖਾਣਾ ਇਹੀ ਮਾਸ ਦਾ ਖਾਣਾ ਹੈ। ਇਹਦੇ ਵਿੱਚ ਪਾਪ ਸਮਾਏ ਆ, ਜਿਹੜੀ ਆ ਲੁੱਟ ਖਸੁੱਟ ਦੀ ਕਮਾਈ, ਇਹਦੇ ਵਿੱਚ ਸਾਰੇ ਪਾਪ ਸਮਾਏ ਹੋਏ ਆ। ਜਿਹੜੀ ਨੇਕ ਦੀ ਕਮਾਈ, ਇਹਦੇ ਵਿੱਚ ਸਾਰੇ ਪੁੰਨ ਸਮਾਏ ਹੋਏ। ਤੇ ਬਾਕੀ ਤੁਸੀਂ ਮਾਸ ਮਾੜਾ ਹੈ, ਮਾਸ ਮਾੜਾ ਕਹੀ ਜਾਂਦੇ। ਮਾਸ ਕਿੱਥੇ? ਮਾਸ ਤਾਂ ਹਰ ਪਾਸੇ ਚੰਗਾ ਪ੍ਰਦਾਨ ਹੋ ਰਿਹਾ। ਤੁਹਾਡੇ ਪੁੱਤਰ ਧੀਆਂ ਮਾਸ ਦੇ ਹੀ ਹੈ। ਤੁਹਾਡਾ ਸਿਰਾ ਸਰੀਰ ਵੀ ਨਾਨੂ ਮਾਸ ਦਾ ਹੀ ਬਣਿਆ ਹੋਇਆ ਮਾੜਾ ਹੈ। ਜਿਹੜੀ ਘਰ ਵਾਲੀ, ਜਿਹੜੀ ਪਤਨੀ, ਉਹ ਵੀ ਮਾਸ ਦੀ ਹੈ, ਮਾੜੀ ਹੈ। ਇਸ ਤਰ੍ਹਾਂ ਇਹੋ ਜਿਹੇ ਜਿਹੜੇ ਵੀ ਮਾਸ ਤੂੰ ਜਿਹਨੂੰ ਕਹਿੰਦਾ ਮਾੜਾ, ਉਹ ਮਾੜਾ ਨਹੀਂ ਹੈ। ਮਾਸ ਤਾਂ ਹਰ ਪਾਸੇ ਪ੍ਰਧਾਨ ਹੈ। ਵਿਆਹ ਸ਼ਾਦੀ ਕਰੀਏ ਉੱਥੇ ਮਾਸ ਤੇ ਹੀ ਸਾਰੇ ਰਿਸ਼ਤੇਦਾਰ ਆਉਂਦੇ ਹੈ। ਮਾਮੇ, ਚਾਚੇ, ਤਾਏ, ਨਾਨੀ, ਨਾਨੀਆਂ, ਮਾਸੜ, ਭੂਆ, ਸਾਰੇ ਮਾਸ ਦੇ ਸਰੀਰ ਬਣੇ ਹੈ। ਕਹਿੰਦੇ ਜਦੋਂ ਮਾਸ ਹੁੰਦਾ ਉੱਥੇ ਪ੍ਰਧਾਨ ਹੁੰਦਾ ਹੈ ਮਾਸ। ਤੂੰ ਕਿਵੇਂ ਕਹਿੰਦਾ ਮਾਸ ਮਾੜਾ ਹੈ? ਮਾਸ ਤਾਂ ਹਰ ਪਾਸੇ ਹੈ। ਮਾਸ ਤੋਂ ਬਿਨਾਂ ਤਾਂ ਵਿਆਹ ਹੀ ਨਹੀਂ ਹੁੰਦਾ, ਜਾਨੀ ਸਾਗ ਸੰਬੰਧੀ ਜੇ ਨਾ ਇਕੱਠੇ ਹੋਣ ਨਹੀਂ ਹੁੰਦਾ ਹੈ। ਇਸ ਤਰ੍ਹਾਂ ਬਾਕੀ ਭਲਾ ਅਸੀਂ ਤਾਂ ਮਾਸ ਨੂੰ ਮਾੜਾ ਕਹੀਏ, ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜਾ ਪ੍ਰਸ਼ਾਦ ਹੈ ਉਹ ਜਦ ਖਾਧਾ ਤਨ ਪੀੜੀਆ, ਮਨ ਮੈਂ ਚਲਾ ਵਿਕਾਰ ਵੀ ਉਹ ਨਹੀਂ ਖਾਣਾ ਚਾਹੀਦਾ। ਤੁਹਾਡੇ ਤਾਂ ਬੜੇ ਬੜੇ ਦੇਵਤੇ ਖਾਂਦੇ ਹੈ ਮਾਸ, ਕੋਈ ਕਾਲੀ ਝੋਟਾ ਖਾਂਦੀ ਹੈ। ਇਸ ਤਰ੍ਹਾਂ ਦੂਜੇ ਵੀ ਬਲੀਆਂ ਲੈਂਦੇ ਆ ਦੇਵੀ ਦੇਵਤੇ ਨਾ ਮਾਸ ਬੱਕਰਿਆਂ ਛਤਰੀਆਂ ਦੀ। ਤੇ ਤੁਸੀਂ ਕਿਵੇਂ ਕਹਿੰਦੇ ਹੋ? ਜਗ ਜੋਗ ਜੋ ਕਰਦਾ ਗੈਂਡਾ ਮਾਰ ਹੋਮ ਜਗ ਕੀਏ। ਗੈਂਡੇ ਪਸ਼ੂ ਨੂੰ ਮਾਰ ਕੇ ਹੋਮ ਜਗ ਕੀਤੇ ਜਾਂਦੇ ਹੈ। ਇਹ ਦੇਵਤਿਆਂ ਦੀ ਬਾਣੀ ਕਹਿੰਦੀ, ਵੇਦ ਬਾਣੀ ਕਹਿੰਦੀ ਹੈ। ਉਹ ਇਹਨੂੰ ਕੋਈ ਗੱਲ ਨਹੀਂ ਆਈ ਹੈ। ਇਹ ਕਹਿਣ ਲੱਗਾ ਜੀ ਤੁਸੀਂ ਤਾਂ ਪਰਚਾ ਕੀ ਧਰਿਆ ਹੈ? ਕਹਿੰਦੇ ਨਹੀਂ, ਅਸੀਂ ਤਾਂ ਵਧੀਆ ਖੀਰ ਰਿੰਨ ਰਹੇ ਹਾਂ। ਵੀ ਆ ਸੂਰਜ ਗ੍ਰਹਿਣ ਲੱਗਿਆ, ਸਾਰੇ ਵਿਚਾਰੇ ਭੁੱਖੇ ਹੈ। ਜਦੋਂ ਹਟੂਗਾ ਤੇ ਉਦੋਂ ਇਹਨਾਂ ਨੇ ਖਾਣ ਨੂੰ ਜੀ ਕਰਨਾ ਹੈ। ਤੇ ਇਸ ਕਰਕੇ ਆਹ ਵਿਚਾਰੇ ਜਿਹੜੇ ਆਏ, ਇਹਨਾਂ ਨੂੰ ਕਿਹਾ ਵੀ ਤੁਸੀਂ ਖੀਰ ਬਣਾਓ, ਇਹਨਾਂ ਨੂੰ ਛਕਾਓ, ਇਹਨਾਂ ਦੀਆਂ ਆਸ਼ੀਰਵਾਦਾਂ ਲਓ, ਇਹ ਤੁਹਾਨੂੰ ਰਾਜ ਭਗ ਦੁਆਰਾ ਦੁਆ ਦੇਣਗੇ ਆਸ਼ੀਰਵਾਦਾਂ ਦੇ ਕੇ ਖਾ ਕੇ। ਉਹ ਢੱਕਣ ਜਾ ਚੱਕਿਆ ਤੇ ਉਹਦੇ ਵਿੱਚ ਆਪ ਜੀ ਨੇ ਤਸ਼ਮੀਰ ਦਿਖਾ ਦਿੱਤੀ, ਪੰਗਤਾਂ ਲਵਾ ਕੇ ਛਕਾ ਦਿੱਤਾ। ਕਿਉਂ ਮਹਾਰਾਜ ਜਦੋਂ ਕਿਸੇ ਨੂੰ ਸਿੱਖਿਆ ਦੇਣੀ ਹੈ, ਕਿਸੇ ਨੂੰ ਤਾਰਨਾ ਹੈ, ਉਹ ਬਹਾਨਾ ਬਣਾ ਲੈਂਦੇ ਸੀ। ਸੋ ਇਸੇ ਤਰ੍ਹਾਂ ਅੱਜ ਜਿਵੇਂ ਮਹਾਰਾਜ ਨੇ ਹੋ ਗਈ, ਨਾ ਕੋਈ ਇੱਥੇ ਅਸਲੀ ਹਿੰਦੂ ਹੈ, ਨਾ ਕੋਈ ਅਸਲੀ ਇੱਥੇ ਮੁਸਲਮਾਨ ਹੈ। ਐਵੇਂ ਝੂਠੇ ਨਾਂ ਰਖਾਏ ਹੈ। ਗੱਭਰੂ ਕਹਿੰਦੇ ਮੈਂ ਪੱਕਾ ਮੁਸਲਮਾਨ ਹਾਂ, ਦੂਜਾ ਕਹਿੰਦਾ ਮੈਂ ਪੱਕਾ ਹਿੰਦੂ ਹਾਂ। ਕੋਈ ਮੁਸਲਮਾਨ ਨਹੀਂ ਇੱਥੇ, ਕੋਈ ਇੱਥੇ ਹਿੰਦੂ ਹੰਦੂ ਹੈ ਨਹੀਂ। ਉਹ ਜਿਵੇਂ ਕਾਜੀ ਚੱਲ ਕੇ ਆਇਆ ਮਹਾਰਾਜ ਨਾਲ ਗੱਲ ਕਰਨ ਲਈ, ਜਿਵੇਂ ਉਹਦੇ ਨਾਲ ਬਚਨ ਬਿਲਾਸ ਹੋਏ, ਉਹ ਅੱਜ ਦੇ ਇਤਿਹਾਸ ਵਿੱਚ ਇਹ ਪ੍ਰਸੰਗ ਆ ਰਿਹਾ। ਪਰਣ ਮਿਲ ਕੇ ਸੁਣੀਏ ਜੀ, ਮੁਖ ਤੇ ਭਾਖੈ ਸਤਿਗੁਰ ਬੈਨਾ। ਗੁਰੂ ਮਹਾਰਾਜ ਨਾਲੇ ਤੋਂ ਮੁਰਦ ਘਾਟ ਵਿੱਚ ਸਿਵਿਆਂ ਵਿੱਚ ਫਿਰੀ ਤੁਰੀ ਜਾਂਦੇ, ਨਾਲੇ ਮੁਖੋਂ ਬਚਨ ਕਹੀ ਜਾਂਦੇ ਹੈ। ਨਹ ਹਿੰਦੂ ਕੋ ਤੁਰਕ ਨਹਿ ਨਾ। ਉੱਚੀ ਉੱਚੀ ਆਵਾਜ਼ ਨਾਲ ਕਹਿੰਦੇ ਵੀ ਅਸਲੀ ਨਾ ਕੋਈ ਇੱਥੇ ਹਿੰਦੂ ਹੈਗਾ, ਨਾ ਕੋਈ ਤੁਰਕ ਹੈਗਾ, ਮੁਸਲਮਾਨ ਹੈਗਾ ਹੈ। ਜਗ ਮਹਿ ਹਿੰਦੂ ਤੁਰਕ ਨ ਕੋ। ਆਜੇ ਸਾਤੋਂ ਪੁੱਛੋ, ਸੰਸਾਰ ਦੇ ਵਿੱਚ ਅਸਲੀ ਕੋਈ ਹਿੰਦੂ ਹੈ ਨਹੀਂ ਹੈ, ਨਾ ਕੋਈ ਮੁਸਲਮਾਨ ਹੈਗਾ ਹੈ। ਝੂਠੇ ਨਾਮ ਧਰਾਵਹਿ ਦੋ। ਇਹ ਕਹਿੰਦੇ ਦੋਹਾਂ ਨੇ ਨਾਂ ਜਿਹੜੇ ਆ ਝੂਠੇ ਮੂਠੇ ਜੇ ਕਹਾਏ ਹੋਸੇ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਜਿਹੜਾ ਮੁਸਲਮਾਨ ਤਾਂ ਉਹ ਹੈ ਜਿਹੜਾ ਨਰਮ ਦਿਲ ਹੋਵੇ, ਇਹ ਅੰਤਰੋਂ ਹਿਰਦੇ ਦੇ ਅੰਦਰ ਪਾਪਾਂ ਦੀ ਵਿਕਾਰਾਂ ਦੀ ਮੈਲ ਧੋਲ ਮੈਲ ਧੋਵੇ। ਤੇ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ।
ਜਿਸ ਦਾ ਦਰਸ਼ਨ ਕੀਏ। 6 ਸ਼ਾਸਤਰਾਂ ਵਿੱਚ ਅਪਾਰ ਸਰੂਪ ਲਿਖਿਆ ਨਾ ਵਾਹਿਗੁਰੂ ਦਾ, ਉਹਦੀ ਜੇ ਸਲਾਹਤਾ ਕਰਨ ਵਾਲਾ ਸਲਾਹੀ ਬਣੇ। ਸਲਾਹਤਾ ਕਰਨ ਵਾਲਾ ਜਿਹੜਾ ਪਰਮੇਸ਼ਰ ਉਹਦੀ ਸਲਾਹਨਾ ਕਰੇ, ਸਲਾਹਣ ਵਾਲਾ ਹੋ ਕੇ ਸਲਾਹੇ, ਆਪ ਪਰਮੇਸ਼ਰ ਦੀ ਸਿਰ ਸਲਾਹਗਾ ਕਰੇ, ਫਿਰ ਹੈ ਅਸਲੀ ਹਿੰਦੂ। ਜੇ ਦੇਵੀ ਦੇਵਤਿਆਂ ਦੀ ਸਲਾਹਤਾ ਕਰੇ, ਉਹਨਾਂ ਨੂੰ ਮੰਨੇ ਪੂਜੇ, ਫਿਰ ਕਾਹਦਾ ਹਿੰਦੂ ਹੈ। ਉਹ ਜਿਹੜਾ ਦਰਸ਼ਨਾਂ ਵਿੱਚ ਸ਼ਾਸਤਰਾਂ ਵਿੱਚ ਅਪਾਰ ਸਰੂਪ ਵਾਹਿਗੁਰੂ ਦਾ ਲਿਖਿਆ, ਉਹਦੀ ਸਲਾਹਤਾ ਕਰੇ ਸਲਾਹਣ ਵਾਲਾ ਹੋ ਕੇ, ਫਿਰ ਹੈ। ਨਹੀਂ ਤਾਂ ਹਿੰਦੂ ਕਹਿ ਕਰ ਹਿੰਦੂ ਆਵੇ, ਸੂਰਜ ਨੇ ਉੱਪਰ ਗਲ ਪਾਵੇ, ਸੂਰ ਪਾਏ ਕਰੇ ਬੁਰਿਆਈ, ਨਾਤਾ ਤੋਤਾ ਥਾਏ ਨ ਪਾਈ, ਖਰੀਆਂ ਮਾਰਾ ਨੇ ਸੁਣਾਈਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇੱਥੇ ਸੰਸਾਰ ਦੇ ਵਿੱਚ ਅਸਲੀ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ, ਐਵੇਂ ਝੂਠੇ ਨਾਮ ਰਖਾਏ ਦੋਹਾਂ ਨੇ। ਕੋ ਨਰ ਹੋਇ ਨਿਕਟ ਸੁਨਤ ਹੈ, ਕੋਈ ਜਿਹੜਾ ਪੁਰਸ਼ ਹੈ ਨੇੜੇ ਜੇ ਹੋ ਕੇ ਸੁਣਦਾ ਵੀ ਆ। ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਹਨ, ਪੁਰ ਮਹਿ ਅਪਰਨ ਮਿਲਤ ਭਨਤ ਹੈ। ਜਿਹੜੇ ਪਿੰਡ ਦੇ ਲੋਕ ਉਹਨਾਂ ਨਾਲ ਮਿਲ ਕੇ ਉਹਨਾਂ ਨੂੰ ਵੀ ਇਹ ਕਹਿੰਦਾ ਵੀ ਗੁਰੂ ਨਾਨਕ ਕਹਿੰਦੇ ਨਾ ਕੋਈ ਹਿੰਦੂ ਹੈਗਾ ਇੱਥੇ ਨਾ ਕੋਈ ਮੁਸਲਮਾਨ ਹੈ, ਐਵੇਂ ਝੂਠੇ ਨਾਮ ਇਹਨਾਂ ਨੇ ਰਖਾਏ ਆ ਦੋਹਾਂ ਨੇ। ਇਹ ਬਿਦ ਸੁਣੀ ਸਰਵਨ ਨਿਜ ਕਾਜੀ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ, ਜਿਹੜਾ ਸੁਲਤਾਨਪੁਰ ਦਾ ਕਾਜੀ ਸੀ ਨਾ, ਨਵਾਬ ਦਾ ਫਤਵੇ ਲਾਉਣ ਵਾਲਾ, ਉਹਨੇ ਕੰਨਾਂ ਵਿੱਚ ਸੁਣ ਲਈ ਹੈ। ਕਵਨਿਓ ਨਿਕਟ ਵੇਖ ਤਨ ਪਾਜੀ, ਆ ਸਰੀਰ ਤੇ ਜਿਹੜਾ ਲਵਾਹ ਜਿਵੇਂ ਬਨੋਟੀ ਧਾਰਿਆ ਹੈ, ਅਸਲੀ ਕਾਜੀ ਤਾਂ ਹੈ ਨਹੀਂ ਸੀ ਜਾਂ ਕਾਜੀ ਸੋ ਜੋ ਉਲਟੀ ਕਰੇ। ਵੀ ਕਾਜੀ ਤਾਂ ਉਹ ਹੈ ਜਿਹੜੀ ਆਪਣੀ ਮਨ ਦੀ ਬਿਰਤੀ ਨੂੰ ਸੰਸਾਰ ਦੀ ਤਰਫੋਂ ਉਲਟ ਕਰਕੇ ਪਰਮੇਸ਼ਰ ਦੀ ਤਰਫ ਕਰ ਲਵੇ, ਪਰਮੇਸ਼ਰ ਦੀ ਤਰਫ ਬਿਰਤੀ ਲਾ ਲਏ, ਉਹ ਅਸਲ ਕਾਜੀ। ਜਿਹੜਾ ਸੰਸਾਰ ਦੇ ਤਰਫ ਹੀ ਆਪਣੀ ਬਿਰਤੀ ਕਰੀ ਫਿਰਦਾ, ਇੱਧਰ ਹੀ ਫਸਿਆ ਫਿਰਦਾ, ਉਹ ਕਾਹਦਾ ਕਾਜੀ। ਵੱਡੀਆਂ ਲਵੇ ਇਸ ਤਰ੍ਹਾਂ ਜਿਹੜਾ ਨਿਆਂ ਸੱਚ ਦਾ ਨਿਆਂ ਨੂੰ ਗਵਾ ਦੇ, ਵੱਡੀ ਲੈ ਕੇ ਹੱਕ ਬਣਾਏ। ਜੇ ਕੋਈ ਪੁੱਛਿਆ ਤਾਂ ਪੜ੍ਹ ਸੁਣਾਏ, ਐਵੇਂ ਪੜ੍ਹ ਕੇ ਕਿਤਾਬ ਵਿੱਚ ਮਸਲਾ ਸੁਣਾ ਦੇਵੇ, ਸੋ ਕਾਹਦਾ ਕਾਜੀ। ਇਸ ਤਰ੍ਹਾਂ ਕਹਿੰਦੇ ਸਰੀਰ ਤੇ ਐਵੇਂ ਬਨੌਟੀ ਭੇਖ ਜਾ ਧਾਰਿਆ ਤੇ ਆ ਗਿਆ ਇਹ ਚੱਲ ਕੇ ਸਤਿਗੁਰਾਂ ਵੱਲ ਨੂੰ। ਕੁਛ ਕੋ ਮਨੁਜ ਤੇ ਸੰਗ ਸਿਧਾਰੇ, ਕੁਝ ਜਿਹੜੇ ਲੋਕ ਹਨ ਕਾਜੀ ਦੇ ਨਾਲ ਚੱਲ ਪਏ ਹਨ। ਵੈਸੇ ਸ੍ਰੀ ਗੁਰ ਆਨ ਨਿਰਾਰੇ, ਵੈਸੇ ਸ੍ਰੀ ਗੁਰ ਆਨ ਨਿਹਾਰੇ। ਜਿੱਥੇ ਗੁਰੂ ਮਹਾਰਾਜ ਬੈਠੇ ਉੱਥੇ ਆ ਕੇ ਕਾਜੀ ਨੇ ਵੇਖਿਆ ਹੈ। ਆਨਨ ਬੈਨ ਬਖਾਨਤ ਸੋ, ਕੀ ਵੇਖ ਰਿਹਾ ਹੈ ਮਹਾਰਾਜ? ਉਹੀ ਜਿਹੜਾ ਮੁਖੋਂ ਤੋਂ ਬਚਨ ਕਹੀ ਜਾ ਰਹੇ। ਨਹਿ ਹਿੰਦੂ ਕੋ ਤੁਰਕ ਨ ਕੋ, ਇੱਥੇ ਨਾ ਅਸਲੀ ਕੋਈ ਮੁਸਲਮਾਨ ਹੈਗਾ ਨਾ ਕੋਈ ਇੱਥੇ ਅਸਲੀ ਹਿੰਦੂ ਹੈ। ਦੋਹਰਾ ਨਿਕਟ ਬੈਸ ਕਾਜੀ ਕਹੈ, ਇਸ ਵੇਲੇ ਜਿਹੜਾ ਕਾਜੀ ਹੈ ਕੋਲ ਬੈਠ ਕੇ ਕਹਿਣ ਲੱਗਿਆ ਹੈ, ਅਸ ਕਸ ਕਰਤ ਬਖਾਨ। ਗੁਰੂ ਨਾਨਕ ਇਸ ਤਰ੍ਹਾਂ ਵੀ ਕਿਸ ਤਰ੍ਹਾਂ ਤੂੰ ਕਥਨ ਕਰੀ ਜਾ, ਕਿਉਂ ਆਖੀ ਜਾਨਾ ਹੈ? ਹਿੰਦੂ ਤੁਰਕ ਨ ਜਗਤ ਮੈਂ, ਕਹਿੰਦਾ ਇਸ ਸੰਸਾਰ ਦੇ ਵਿੱਚ ਕੋਈ ਹਿੰਦੂ ਨਹੀਂ ਹੈਗਾ ਨਾ ਕੋਈ ਮੁਸਲਮਾਨ ਹੈਗਾ। ਹਮ ਕਿਉ ਸਕ ਹੈ ਪਛਾਨ, ਇਹ ਤੇਰਾ ਜਿਹੜਾ ਕਿਹਾ ਹੋਇਆ ਬਚਨ ਇਹਨੂੰ ਕਿਵੇਂ ਸੱਚ ਪਛਾਣ ਸਕੀਏ, ਕਿਵੇਂ ਸੱਚ ਜਾਣ ਸਕੀਏ? ਚੌਪਈ ਜਹ ਤਹ ਜਗ ਮਹਿ ਦੀਸਤ ਸੋ, ਗੁਰੂ ਨਾਨਕ ਸਾਹਿਬ ਜਿੱਥੇ ਕਿਤੇ ਜਾਈਏ ਸੰਸਾਰ ਦੇ ਵਿੱਚ ਦੋਵੇਂ ਦਿਸਦੇ। ਹਿੰਦੂ ਮੁਸਲਮਾਨ ਨਰ ਦੋ, ਮੁਸਲਮਾਨ ਵੀ ਹੈਗੇ ਬੇਅੰਤ ਤੇ ਹਿੰਦੂ ਵੀ ਹੈਗੇ, ਦੋਵੇਂ ਹੈਗੇ। ਤੁਮਰੇ ਕਹਿਨ ਸੰਦੇਹ ਹਮਾਰੇ, ਤੁਹਾਡੇ ਕਹਿਣ ਕਰਕੇ ਵੀ ਮੇਰੇ ਮਨ ਵਿੱਚ ਸੰਸਾ ਜਾ ਉੱਠ ਖੜੋਤਾ ਹੈ। ਉੱਤਰ ਦੀਜੈ ਹਿਰਦੇ ਵਿਚਾਰੇ, ਗੁਰੂ ਨਾਨਕ ਸਾਹਿਬ ਹਿਰਦੇ ਵਿੱਚ ਸੋਚ ਵਿਚਾਰ ਕੇ ਮੈਨੂੰ ਤਸੱਲੀ ਬਖਸ਼ ਜਵਾਬ ਦਈਏ ਜੀ। ਲੋਕ ਬਿਲੋਕਤ ਸ੍ਰੀ ਗੁਰ ਓਰਾ, ਜਿਹੜਾ ਕਾਜੀ ਨੇ ਕਿਹਾ ਨਾ ਵੀ ਸਾਰੇ ਪਾਸੇ ਮੁਸਲਮਾਨ ਤੇ ਹਿੰਦੂ ਦਿਸ ਰਹੇ ਹੈ, ਤੁਸੀਂ ਕਿਵੇਂ ਕਹਿੰਦੇ ਇੱਥੇ ਹਿੰਦੂ ਤੇ ਮੁਸਲਮਾਨ ਨਹੀਂ ਹੈ?
ਲੋਕ ਵੇਖ ਰਹੇ ਆ ਗੁਰੂ ਮਹਾਰਾਜ ਦੀ ਤਰਫ ਵੀ ਕੀ ਹੁਣੇ ਦਿੰਦੇ ਉਤਰੇ ਸਨੋ। ਚੌਹ ਦਿਸ ਭੀਰ ਭਈ ਤਿਹ ਠੌਰਾ। ਉਹ ਸ਼ਮਸ਼ਾਨ ਘਾਟ ਦੇ ਵਿੱਚ ਚਾਰ ਸਪੇਰੇ ਮਹਾਰਾਜ ਦੇ ਬੜੀ ਲੋਕਾਂ ਦੀ ਭੀੜ ਹੋ ਗਈ ਹੈ। ਦਰਸ਼ਨ ਦਰਸਹਿ ਦੀਨ ਦਿਆਲਾ। ਇਹ ਤਾਂ ਜਿਹੜੇ ਸਰਦਾਲੂ ਲੋਕ ਹੈ, ਦੀਨਾ ਤੇ ਦਿਆਲਤਾ ਕਰਨ ਵਾਲੇ ਜੇ ਸਤਿਗੁਰੂ ਉਹਨਾਂ ਦੇ ਦਰਸ਼ਨ ਦਰਸੈ ਕੀਏ ਕਰਦੇ ਹਨ। ਜਿਨ ਕੀ ਸ਼ਰਧਾ ਤਿਹ ਦੁਖ ਟਾਲਾ। ਜਿਨ੍ਹਾਂ ਸ਼ਰਧਾਲੂਆਂ ਨੇ ਮਹਾਰਾਜ ਤੇ ਸ਼ਰਧਾ ਧਾਰਨ ਕੀਤੀ ਉਹਨਾਂ ਦੇ ਦੁੱਖ ਦੂਰ ਕਰ ਦਿੱਤੇ ਆਪ ਜੀ ਨੇ। ਕਾਜੀ ਬਚ ਸੁਨ ਪੰਕਜ ਬਦਨਾ। ਮਹਾਰਾਜ ਕਵਲ ਵਰਗੇ ਮੁਖ ਤੋਂ ਕਹਿਣ ਲੱਗੇ, ਲੈ ਵੀ ਕਾਜੀਆ ਸਾਡਾ ਬਚਨ ਸੁਣ ਲਾ। ਕੁਮਤ ਕਦਨ ਸੁਖ ਕਰਨਾ ਸਦਨਾ। ਜੋ ਖੋਟੀ ਮਤ ਨੂੰ ਕੱਟਣ ਵਾਲੇ ਹੈ, ਸੁਖ ਦੇ ਵੀ ਘਰ ਹੈ ਤੇ ਕਿਰਪਾ ਦੇ ਵੀ ਘਰ। ਕਹਿਣ ਲੱਗੇ ਵੀ ਸੁਣ ਕਾਜੀਆ। ਕਹਿਓ ਸ਼ਲੋਕ ਹੇਤ ਸਮਝਾਵਨ। ਇੱਕ ਜਿਹੜਾ ਮਾਝ ਰਾਗ ਦੇ ਵਿੱਚ ਸ਼ਲੋਕ ਹੈ, ਇਸ ਨੂੰ ਸਮਝਾਉਣ ਵਾਸਤੇ ਸਤਿਗੁਰੂ ਨੇ ਕਿਹਾ, ਮਤ ਮੰਦਨ ਸ਼ੁਭ ਮਾਰਗ ਪਾਵਨ। ਜਿਹੜੇ ਕਾਜੀ ਵਰਗੇ ਭੈੜੀ ਮਤ ਵਾਲੇ ਉਹਨਾਂ ਨੂੰ ਚੰਗੇ ਭਾਵ ਭਗਤੀ ਦੇ ਰਸਤੇ ਪਾਉਣ ਲਈ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਨ ਮੁਸ਼ਕਲ। ਕਹਿੰਦੇ ਕਾਜੀਆ ਜਿਹੜਾ ਸਹੀ ਮਾਇਨਿਆਂ ਵਿੱਚ ਮੁਸਲਮਾਨ ਕਹਾਉਣਾ ਹੈ ਇਹ ਤਾਂ ਬਹੁਤ ਔਖਾ, ਬੜਾ ਮੁਸ਼ਕਲ ਹੈ। ਜਾ ਹੋਏ ਤਾਂ ਮੁਸਲਮਾਨ ਕਹਾਵੇ। ਇਹ ਸਹੀ ਜਿਹੜਾ ਮੁਸਲਮਾਨ ਹੁੰਦਾ ਨਾ, ਜੇ ਕੋਈ ਹੋਵੇ ਜਿਵੇਂ ਅਸੀਂ ਤੈਨੂੰ ਅੱਗੇ ਦੱਸਦੇ ਹਾਂ ਸਾਰੇ ਗੁਣ ਹੋਣ ਉਹਦੇ ਵਿੱਚ, ਫਿਰ ਜੇ ਕੋਈ ਐਸਾ ਹੋਵੇ ਤਾਂ ਮੁਸਲਮਾਨ ਕਹਾ ਸਕਦਾ, ਅਖਵਾ ਸਕਦਾ ਹੈ। ਉਹ ਕਿਹੋ ਜਿਹਾ ਹੋਵੇ ਮੁਸਲਮਾਨ, ਕਿਹੜੇ ਗੁਣ ਹੋਣ, ਉਹ ਅੱਗੇ ਦੱਸਦੇ ਆਪ ਜੀ। ਅਵਲ ਔਲ ਦੀਨ ਕਰ ਮਿੱਠਾ। ਅਵਲ ਕੀ ਹੈ ਸਭ ਤੋਂ ਪਹਿਲੇ, ਔਲ ਦੀਨ ਕਰ ਮਿੱਠਾ। ਜਿਹੜੇ ਰੱਬ ਦੇ ਔਲੀਏ ਅਸੀਂ ਸੰਤ ਮਹਾਤਮਾ ਕਹਿ ਦਿੰਦੇ, ਮੁਸਲਮਾਨ ਜਿਹੜੇ ਕੋਈ ਇਸ ਤਰ੍ਹਾਂ ਦੇ ਮਹਾਤਮਾ ਲੋਕ, ਫਕੀਰ ਲੋਕ ਉਹਨੂੰ ਔਲੀਏ ਕਹਿੰਦੇ ਹੈ। ਔਰ ਕਿਸੇ ਨੂੰ ਗੌਸ ਕਹਿ ਦਿੰਦੇ ਆ ਵੀ ਜਿਹੜੇ ਆਪਣੇ ਸ਼ਕਤੀ ਦੇ ਨਾਲ ਸਰੀਰ ਦੇ ਅੰਗਾਂ ਪ੍ਰਤੰਗਾਂ ਨੂੰ ਵੱਖਰੇ ਵੱਖਰੇ ਜੇ ਕਰਕੇ ਦਿਖਾ ਦੇਣ, ਉਹਨਾਂ ਨੂੰ ਗੌਸ ਕਹਿ ਦਿੰਦੇ ਆ। ਇਸੇ ਤਰ੍ਹਾਂ ਜਿਹੜੇ ਕੋਈ ਸੰਤ ਮਹਾਤਮਾ ਉਹਨਾਂ ਨੂੰ ਉਹ ਔਲ ਕਹਿੰਦੇ ਨੇ, ਔਲੀਏ ਕਹਿ ਦਿੰਦੇ ਨੇ। ਵੀ ਜਿਹੜੇ ਔਲੀਏ ਸੰਤ ਮਹਾਤਮਾ ਜੋ ਉਹਨਾਂ ਦਾ ਦੀਨ ਕੀ ਹੈ, ਧਰਮ ਹੈ, ਮਰਵ ਹੈ, ਸਭ ਤੋਂ ਪਹਿਲਾਂ ਕਹਿੰਦੇ ਉਹਨੂੰ ਮਿੱਠਾ ਕਰਕੇ ਪਿਆਰਾ ਕਰਕੇ ਜਾਣੇ ਮੰਨੇ। ਮੁਸ਼ਕਲ ਮਾਨਾ ਮਾਲ ਮੁਸਾਵੇ। ਜੀ ਮਸ਼ਕਲ ਮਾਨਾ ਮਾਲ ਮੁਸਾਵੇ। ਵੀ ਜਿਹੜਾ ਮਾਨਾ ਕੀ ਹੈ, ਮਾਣ ਹੈ, ਇਹਨੂੰ ਵਿਚਾਰ ਰੂਪੀ ਕੁਚੀ ਦੇ ਨਾਲ ਮਾਂਜਣਾ ਕਰੇ। ਇਹਨੂੰ ਵਿਚਾਰ ਰੂਪ ਕੁਚੀ ਦੇ ਨਾਲ ਜਿਹੜਾ ਮਾਣ ਰੂਪੀ ਮੈਲੇ ਨੂੰ ਮਾਂਜਣਾ ਕਰੇ, ਕੱਟਣਾ ਕਰੇ, ਮਾਣ ਨੂੰ ਖਤਮ ਕਰ ਦੇਵੇ ਵਿਚਾਰ ਰੂਪੀ ਕੁਚੀ ਨਾਲ। ਜਾਂ ਇਸ ਤਰ੍ਹਾਂ ਜਿਹੜਾ ਮਾਣ ਹੈ ਇਹਨੂੰ ਮੇਟ ਕੇ ਇਹਨੂੰ ਮੁਸਕੱਲਾ ਕਰੇ, ਸ਼ਿਕਲ ਕਰੇ। ਜਿਵੇਂ ਆ ਕੋਈ ਅਸੀਂ ਮਾਂਜ ਮੂੰਜ ਕੇ ਅੱਗੇ ਨਿਕਲ ਕਰ ਦਿੰਦੇ ਆ ਨਾ, ਕੱਢ ਦਿੰਦੇ ਆ, ਸ਼ਿਕਲ ਕਰ ਦਿੰਦੇ ਆ। ਇਸ ਤਰ੍ਹਾਂ ਕਹਿੰਦੇ ਮਾਣ ਰੂਪੀ ਮਾਲ ਨੂੰ ਕੱਟ ਕੇ ਇਹਦੇ ਤੇ ਸ਼ਿਕਲ ਕਰੇ ਨਾਮ ਬਾਣੀ ਦਾ। ਤੇ ਮਾਲ ਮੁਸਾਵ ਹੈ, ਜਿਹੜਾ ਮਾਲ ਧਨ ਹੈ ਉਹਨੂੰ ਕਹਿੰਦੇ ਜਿਹੜੇ ਕੋਈ ਧਰਮ ਦੇ ਰਸਤੇ ਚੱਲ ਰਹੇ ਹੈ ਉਹਨਾਂ ਦੇ ਨਾਂ ਤੇ ਕਹਿੰਦੇ ਆ ਮੁਸਾਵੇ, ਕੋਈ ਲੁਟਾ ਦੇਵੇ। ਆ ਜਿਹੜਾ ਮਾਲ ਧਨ ਹੈ ਪਰਮੇਸ਼ਰ ਦੇ ਪਿਆਰਿਆਂ ਨੂੰ ਮੁਸਾ ਦੇ, ਲੁਟਾ ਦੇਵੇ, ਪੁੰਨ ਰੂਪ ਦੇ ਵਿੱਚ ਖੁਆ ਪਿਆ ਦੇਵੇ। ਓਏ ਮੁਸਲਿਮ ਦੀਨ ਮੁਹਾਣਾ। ਇਸ ਤਰ੍ਹਾਂ ਕਹਿੰਦੇ ਜਿਹੜੇ ਮੁਹਾਣਾ ਕੀ ਆਗੂ ਹਨ, ਜਿਹੜਾ ਆਗੂਆਂ ਨੇ ਦੀਨ ਕੀ ਧਰਮ ਦੱਸਿਆ ਹੈ, ਮਜੋ ਦੱਸਿਆ ਹੈ, ਉਹਦੇ ਵਿੱਚ ਮੁਸਲਮ ਕੀ ਇਸਤਤ ਹੋਵੇ, ਉਹਦੇ ਵਿੱਚ ਐਨ ਪੱਕਾ ਹੋਵੇ। ਜਿਹੜਾ ਮੁਹਾਣਾ ਆਗੂਆਂ ਨੇ ਧਰਮ ਦੱਸਿਆ, ਅਸੂਲ ਦੱਸਿਆ, ਉਹਦੇ ਵਿੱਚ ਪੱਕਾ ਇਸਤਤ ਹੋ ਕੇ ਰਹੇ। ਮਰਨ ਜੀਵਨ ਕਾ ਭਰਮ ਚੁਕਾਵੇ। ਇਸ ਤਰ੍ਹਾਂ ਤੇਰਾ ਮਰਮ ਤੇ ਜਿਉਣ ਦਾ ਭਰਮ ਹੈ, ਇਹਨੂੰ ਚੁੱਕ ਦੇਵੇ।
ਵੀ ਇਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਇਹ ਜੀ ਆ ਜਾਂਦਾ, ਉਹਦੇ ਹੁਕਮ ਵਿੱਚ ਇਹਨੇ ਚਲਾ ਜਾਣਾ ਹੈ। ਇਹ ਜਿਹੜਾ ਮਨ ਜਾਣ ਵਾਲਾ ਭਰਮ ਭੁਲੇਖਾ ਇਹਨੂੰ ਦੂਰ ਕਰ ਦੇਵੇ। ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ। ਰੱਬ ਦੀ ਰਜਾ ਨੂੰ ਕਹਿੰਦੇ ਸਿਰ ਦੇ ਉੱਪਰ ਮੰਨੇ, ਭਾਵ ਖਿੜੇ ਮੱਥੇ ਕਬੂਲ ਕਰੇ। ਭਾਵੇਂ ਜਿਹੋ ਜੀ ਮਰਜ਼ੀ ਆਗਿਆ ਹੋਵੇ, ਰੱਬ ਦੀ ਰਜਾ ਹੋਵੇ। ਜੋ ਕੋਈ ਕਹਿਣ ਲੱਗੇ ਵੀ ਤੁਸੀਂ ਜਿਉਣ ਨੂੰ ਠੀਕ ਸਮਝਦੇ ਕਿ ਮਰਨ ਨੂੰ ਠੀਕ ਸਮਝਦੇ ਹੋ, ਉਹ ਕਹਿੰਦੇ ਵੀ ਇੱਕ ਮੈਂ ਤਾਂ ਜਿਉਣ ਨੂੰ ਠੀਕ ਸਮਝਦਾ ਵੀ ਜਿਉਂਦੇ ਰਹੀਏ, ਮੌਜਾਂ ਲੁੱਟੀਏ। ਦੂਜਾ ਕਹਿੰਦਾ ਨਹੀਂ, ਮੈਂ ਮੌਤ ਨੂੰ ਚੰਗਾ ਸਮਝਦਾ ਹਾਂ ਵੀ ਜਦ ਮਰ ਜਾਈਏ ਤੇ ਆ ਦੁੱਖਾਂ ਤੋਂ, ਕਲੇਸ਼ਾਂ ਤੋਂ, ਝਗੜਿਆਂ ਤੋਂ ਕਿਹੜਾ ਛੁੱਟ ਜੂ। ਜਿੰਨਾ ਚਿਰ ਜਾਣੇ ਉਹਨਾਂ ਚਿਰ ਫਾਹੇ ਪਏ ਹੋਏ। ਜਾਣੀ ਉਹ ਹੈ ਤਾਂ ਰੱਬ ਦੇ ਰਸਤੇ ਚੱਲਣ ਵਾਲੇ ਸੀ, ਪਰ ਉਹ ਉਹਨਾਂ ਦੇ ਖਿਆਲ ਅੱਡੋ ਅੱਡੀ ਸੀ। ਕਹਿੰਦੇ ਵੀ ਜਿੰਨਾ ਚਿਰ ਬਹੁਤਾ ਜੀਆਂਗੇ ਉਹਨਾਂ ਚਿਰ ਬਹੁਤਾ ਰੱਬ ਰੱਬ ਕਰਾਂਗੇ। ਦੂਜਾ ਕਹਿੰਦਾ ਨਹੀਂ, ਜੇ ਮਰ ਗਏ ਤੇ ਆ ਜਿਹੜਾ ਅਗਲਾ ਝਗੜਾ ਹੈ ਤਾਂ ਖੜਾ ਛੁੱਟੇ, ਵਾਹ ਛੁੱਟੇ। ਤੇ ਜਿਹੜੀ ਉਹ ਤੀਸਰੀ ਗਿਆਨ ਦੀ ਗੱਲ ਅੱਖ ਖੁੱਲੀ ਸੀ, ਉਹ ਚੁੱਪ ਚੁਕਾ ਕੇ ਬੈਠਾ ਸੁਣਦਾ ਰਿਹਾ। ਜਦੋਂ ਕੁਝ ਬੋਲਿਆ ਚੱਲਿਆ ਨਾ, ਫਿਰ ਕਹਿੰਦੇ ਵੀ ਆਪਣਾ ਤਾਂ ਦੋਹਾਂ ਦਾ ਆਪੋ ਵਿੱਚ ਹੀ ਫੈਸਲਾ ਨਹੀਂ ਹੋਣਾ ਹੈ, ਤੀਜੇ ਨੂੰ ਪੁੱਛੋ ਵੀ ਇਹ ਕੀ ਕਹਿੰਦਾ ਹੈ। ਉਹਨੂੰ ਕਹਿੰਦੇ ਵੀ ਤੂੰ ਦੱਸ। ਉਹ ਕਹਿੰਦਾ ਮੇਰੇ ਖਿਆਲ ਤੁਹਾਡੇ ਦੋਹਾਂ ਨੂੰ ਵੱਖਰੇ ਰੌਲਾ ਪੈ ਜਾਊਗਾ। ਕਹਿੰਦੇ ਨਹੀਂ ਜੀ, ਅਸੀਂ ਤੁਹਾਨੂੰ ਸਾਲਸ ਮੰਨ ਲਿਆ, ਵਿਚੋਲੇ ਮੰਨ ਲਿਆ, ਤੁਹਾਡੀ ਗੱਲ ਮੰਨਾਂਗੇ। ਕਹਿੰਦੇ ਫਿਰ ਮੇਰੀ ਗੱਲ ਮੰਨੋ। ਤਾਂ ਫਿਰ ਇਹ ਹੈ ਵੀ ਮੈਂ ਤਾਂ ਦੋਹਾਂ ਨੂੰ ਠੀਕ ਮੰਨਦਾ ਹੈ, ਜਿਉਣ ਨੂੰ ਵੀ ਚੰਗਾ ਮੰਨਦਾ ਤੇ ਮਰਨੇ ਨੂੰ ਵੀ ਚੰਗਾ ਮੰਨਦਾ। ਮੈਂ ਤਾਂ ਖੁਦਾ ਦੀ ਰਜਾ ਵਿੱਚ ਰਾਜੀ ਹਾਂ। ਜੋ ਜਿਉਂਦਾ ਰੱਖਣਾ ਚਾਹੁੰਦਾ ਤਾਂ ਵੀ ਆਪਾਂ ਖੁਸ਼ ਹੈ, ਜੇ ਮਰਨਾ ਚਾਹੁੰਦਾ ਤੇ ਮਰਨ ਨੂੰ ਵੀ ਤਿਆਰ ਹੈ। ਉਹਦੀ ਰਜਾ ਵਿੱਚ ਰਹਿਣਾ ਬਸ। ਕਹਿੰਦੇ ਵੀ ਹਾਂ ਇਹ ਠੀਕ ਹੈ। ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਮਰਨ ਜਿਉਣ ਦਾ ਭਰਮ ਚੁੱਕ ਦੇਵੇ ਵੀ ਕਦੋਂ ਮਰਾਂਗੇ, ਕੈਸਾ ਮਰਨਾ ਹੋਏ। ਜੇਕਰ ਸਹਿ ਮਨੋ ਨਾ ਬੀਸਰਾ ਤਾਂ ਸਹਿਲਾ ਮਰਨਾ ਹੋਏ। ਜੇ ਮਾਲਕ ਭੁੱਲੇ ਨਾ ਫਿਰ ਸੌਖਾ ਮਰਨਾ ਹੋਊਗਾ, ਪਤਾ ਹੀ ਨਹੀਂ ਲੱਗੂ ਵੀ ਕਦੋਂ ਮਰ ਗਏ। ਨਹੀਂ ਤਾਂ ਹੱਡ ਗੋਡੇ ਜੇ ਰੜਦੇ ਆ ਤੇ ਮਿਹਨਤਾਂ ਕਰ ਲਾ, ਰੱਬਾ ਚੁੱਕ ਲਾ ਤੂੰ ਹੁਣ, ਕਿਉਂ ਖਾਤਾ ਕੀਤਾ ਪਹਿਲਾਂ ਬਥੇਰੇ ਔਖੇ ਹੋਏ। ਇਉਂ ਕਹਿੰਦੇ ਮਰਨਾ ਔਖਾ ਵੀ ਹੈ ਤੇ ਦੂਜੇ ਪਾਸੇ ਸੌਖਾ ਵੀ ਹੈ। ਜਿਵੇਂ ਹਾਥੀ ਉਹ ਆਪਣੇ ਗਲ ਵਿੱਚੋਂ ਮਾਲਾ ਜੀ ਲਾਹ ਕੇ ਪਰੇ ਸੁੱਟ ਦਿੰਦਾ, ਉਹਨੂੰ ਕੋਈ ਔਖਿਆਈ ਨਹੀਂ ਹੈ। ਇਸ ਤਰ੍ਹਾਂ ਜਿਹੜੇ ਕੋਈ ਰਜਾ ਵਿੱਚ ਰਹਿੰਦੇ ਉਹਨਾਂ ਦਾ ਮਰਨਾ ਸਹਿਲਾ ਹੈ, ਸੌਖਾ ਹੈ। ਇਸ ਕਰਕੇ ਇੱਥੇ ਆਪ ਜੀ ਕਹਿੰਦੇ ਵੀ ਕਾਜੀ ਹੈ ਜਿਹੜਾ ਜਿਉਣ ਮਰਨ ਦਾ ਭੁਲੇਖਾ ਜਿਹਾ ਹੈ ਨਾ, ਇਹਨੂੰ ਚੁੱਕ ਦੇਵੇ। ਖੁਦਾ ਦੀ ਰਜਾ ਵਿੱਚ ਰਾਜੀ ਰਹੇ। ਰੱਬ ਕੀ ਜਗ੍ਹਾ ਨੂੰ ਖਿੜੇ ਮੱਥੇ ਸਿਰ ਉੱਪਰ ਮੰਨੇ, ਚੰਗੀ ਤਰ੍ਹਾਂ ਮੰਨੇ ਵੀ ਠੀਕ ਹੈ। ਕਰਤਾ ਮੰਨੇ ਆਪ ਗਵਾਵੇ। ਫਿਰ ਜਿਹੜਾ ਸ੍ਰਿਸ਼ਟੀ ਦਾ ਕਰਤਾ ਉਹਨੂੰ ਕਹਿੰਦੇ ਮੰਨੇ, ਉਹਨੂੰ ਪੂਜਣਾ ਕਰੇ ਤੇ ਆਪਾ ਭਾਵ ਗਵਾ ਦੇ, ਹੰਕਾਰ ਗਵਾ ਦੇਵੇ। ਹੰਕਾਰ ਨਾ ਕਰੇ ਦੇ ਥਾਂ ਨਿਮਰਤਾ ਧਾਰਨ ਕਰੇ। ਤੋ ਨਾਨਕ ਸਰਬ ਜੀਆ ਮਿਹਰਮਤ ਹੋਏ। ਸਰਬ ਜੀਆਂ ਮਿਹਰਮਤ ਹੋਏ ਤੇ ਸਾਰਿਆਂ ਜੀਆਂ ਤੇ ਅਮਿਤ ਮਿਹਰਬਾਨ, ਮਿਹਰ ਕਰਨ ਵਾਲਾ ਹੋਵੇ। ਭਾਵ ਹਰ ਇੱਕ ਜੀਅ ਤੇ ਬੇਅੰਤ ਮਿਤ ਮਿਹਰ ਕਰਨ ਵਾਲਾ ਹੋਵੇ, ਦਇਆ ਕਰਨ ਵਾਲਾ ਹੋਵੇ, ਤਰਸ ਕਰਨ ਵਾਲਾ ਹੋਵੇ। ਤਾ ਮੁਸਲਮਾਨ ਕਹਾਵੇ। ਅਰਥ ਵਾਸਤੇ ਨਾਨਕ ਤਾਂ ਮੁਸਲਮਾਨ ਕਹਾਵੇ। ਮਹਾਰਾਜ ਕਹਿੰਦੇ ਤਾਂ ਵੀ ਮੁਸਲਮਾਨ ਕਹਾ ਸਕਦਾ ਕੋਈ। ਐਵੇਂ ਆ ਦਿਖਾਵਾ ਮਾਤਰ ਜੀ, ਸੁੰਦਤੀ ਜੀ ਕਰਾ ਲਈ, ਮੂੰਹ ਤੋਂ ਜਿਹੜੇ ਕੋਈ ਰੋਮ ਜੇ ਅੱਗੇ ਮੁੱਛਾਂ ਜੀਆਂ ਕਟਾ ਲੀਆਂ, ਛਾਤੀ ਜੇ ਵਾਲ ਜੇ ਕਟਾ ਲਏ, ਵਿੱਚੋਂ ਇਸੇ ਤਰ੍ਹਾਂ ਉੱਪਰੋਂ ਜੂੜੇ ਤੋਂ ਕਟਾ ਲਏ ਤੇ ਫਿਰ ਉਹ ਜਿਹੜਾ ਝੱਗਾ ਜਿਹਾ ਉਹ ਵੀ ਬਾਹਾਂ ਜੀਆਂ
ਕੱਟੀਆਂ ਵਾਲਾ ਅੱਧੀਆਂ ਕਾਹਾਂ ਵਾਲਾ ਪਾ ਲਿਆ ਤੇ ਫਿਰ ਕਹੇ ਵੀ ਮੈਂ ਹੁਣ ਬਸ ਮੁਸਲਮਾਨ ਬਣ ਗਿਆ ਸੁੰਨਤ ਕਰਾ ਕੇ ਨਹੀਂ। ਪਰ ਕਹਿੰਦੇ ਇਹ ਜਿਹੜੇ ਉੱਪਰ ਕਹੇ ਗਾਣਾ ਨਾ ਜੇ ਕਿਸੇ ਵਿੱਚ ਹੋਣ ਸਾਰੇ ਫਿਰ ਕੋਈ ਮੁਸਲਮਾਨ ਕਹਾ ਸਕਦਾ ਹੈ। ਸ਼ਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ। ਫਿਰ ਮਹਾਰਾਜ ਕਹਿੰਦੇ ਆ ਵੀ ਕਰਨ ਵਾਲਾ ਹੋਵੇ ਫਿਰ ਮੁਸਲਮਾਨ ਕਹਾ ਸਕਦਾ ਹੈ। ਜਿਹੜੀ ਕਹਿੰਦੇ ਮਿਹਰ ਹੈ ਨਾ ਯਾਨੀ ਕਿਰਪਾ ਹੈ, ਇਹ ਅਸਲੀ ਮਸੀਤ ਹਮੇਸ਼ਾ ਕਿਰਪਾ ਰੂਪੀ ਮਿਹਰ ਰੂਪੀ ਮਸੀਤ ਵਿੱਚ ਟਿਕਿਆ ਰਹੇ, ਮਿਹਰ ਕਰਨ ਵਾਲਾ ਹੋਵੇ। ਸਿਦਕ ਮੁਸੱਲਾ ਜਿਹੜਾ ਖੁਦਾ ਉੱਪਰ ਭਰੋਸਾ ਰੱਖਣਾ ਹੈ, ਵਿਸ਼ਵਾਸ ਰੱਖਣਾ ਹੈ, ਯਕੀਨ ਰੱਖਣਾ ਹੈ, ਇਹ ਕਹਿੰਦੇ ਮੁਸੱਲਾ ਉਹਦਾ ਹੋਵੇ। ਜਿਵੇਂ ਉਹ ਕੋਈ ਨਮਾਜ਼ ਕਰਦੇ ਮੁਸਲਮਾਨ ਹੇਠਾਂ ਇੱਕ ਸਫ ਜੀ ਵਿਛਾ ਲੈਂਦੇ ਆ, ਆਸਣ ਵਸਾਉਂਦੇ ਆ, ਉਹਨੂੰ ਆਪਾਂ ਆਸਣ ਵਸਾ ਲੈਣ ਕਹਿ ਲੈਂਦੇ ਵਿਛਾ ਲਓ ਜੀ, ਉਹ ਕਹਿੰਦੇ ਮੁਸੱਲਾ ਵਿਛਾ ਲਓ। ਉਹ ਸਫ ਜੀ ਹੇਠਾਂ ਵਿਛਾਉਂਦੇ ਹੁੰਦੇ ਨਮਾਜ਼ ਸਮੇਂ, ਉਹਨੂੰ ਮੁਸੱਲਾ ਕਿਹਾ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਹਮੇਸ਼ਾ ਖੁਦਾ ਤੇ ਭਰੋਸੇ ਵਿੱਚ ਰਹਿਣਾ, ਉਹਦੇ ਤੇ ਪੱਕਾ ਭਰੋਸਾ ਰੱਖਣਾ ਹੈ। ਐਸਾ ਕਹਿੰਦੇ ਆਸਣ ਵਿਛਾਵੇ ਮੁਸੱਲਾ ਰੱਖੇ, ਇਸ ਸਿਦਕ ਰੂਪੀ ਮੁਸੱਲੇ ਵਿੱਚ ਰਹੇ ਹਮੇਸ਼ਾ। ਹੱਕ ਹਲਾਲ ਕੁਰਾਨ ਜਿਹੜਾ ਹੱਕ ਕੀ ਸੱਚ ਦੀ ਕਮਾਈ ਕਰਨੀ ਹੈ, ਹੱਕ ਦੀ ਕਮਾਈ ਕਰਕੇ ਖਾਣਾ, ਇਹ ਹਲਾਲ ਖਾਣਾ ਕਰੇ। ਤੇ ਕਿਸ ਤਰ੍ਹਾਂ ਹੱਕ ਕੀ ਜਿਹੜਾ ਸੱਚ ਬੋਲਣਾ ਹੈ, ਇਹੀ ਕੁਰਾਨ ਦਾ ਪੜ੍ਹਨਾ ਕਰੇ। ਹੱਕ ਸੋਈ ਹੱਕ ਸੱਚ ਦੀ ਕਮਾਈ ਕਰਨੀ, ਹਲਾਲ ਦਾ ਖਾਣਾ ਕਰੇ। ਤੇ ਇਸੇ ਤਰ੍ਹਾਂ ਹੱਕ ਕੀ ਸੱਚ ਬੋਲਣਾ, ਇਹੀ ਕੁਰਾਨ ਦਾ ਪੜ੍ਹਨਾ ਕਰੇ। ਸ਼ਰਮ ਸੁਨਤ ਸੀਲ ਰੋਜਾ ਜਿਹੜੇ ਮਾੜੇ ਪਾਸੇ ਤੋਂ ਸ਼ਰਮ ਰੱਖਣੀ ਹੈ, ਇਹ ਸੁਨਤ ਕਰਾਉਣੀ ਹੈ। ਜਾਂ ਸ਼ਰਮ ਨਾਲ ਬੈਰਾਗ ਦਾ ਧਾਰਨ ਕਰਨਾ ਹੈ, ਮਾੜੇ ਵਿਸ਼ੇ ਵਿਕਾਰਾਂ ਵੱਲੋਂ ਸ਼ਰਮ ਰੱਖਣੀ, ਜਾਂ ਇਸੇ ਤਰ੍ਹਾਂ ਮਾੜੇ ਕੰਮਾਂ ਵੱਲੋਂ ਸ਼ਰਮ ਧਾਰਨੀ, ਜਾਂ ਸ਼ਰਮ ਬੈਰਾਗ ਧਾਰਨ ਕਰਨਾ, ਇਹ ਸੁਨਤ ਕਰੇ। ਜਿਹੜਾ ਸੀਸ ਸੁਭਾਅ ਰੱਖਣਾ ਹੈ, ਇਹੀ ਰੋਜਾ ਰੱਖਣਾ ਕਰੇ। ਉਹ ਮੁਸਲਮਾਨ ਮਹਾਰਾਜ ਕਹਿੰਦੇ ਇਹੋ ਜਿਹਾ ਵੀ ਕੋਈ ਮੁਸਲਮਾਨ ਹੋਣਾ ਕਰੇ ਸਹੀ ਮੈਨਿਆਂ ਵਿੱਚ। ਕਰਨੀ ਕਾਬਾ ਸੱਚ ਪੀਰ ਜਿਹੜੀ ਅੱਠੇ ਪੈਰ ਵਾਹਿਗੁਰੂ ਦੀ ਭਗਤੀ ਕਰਨੀ, ਇਹ ਕਹਿੰਦੇ ਕਾਬਾ ਹੋਵੇ, ਇਹ ਕਹਿੰਦੇ ਇਸ ਤਰ੍ਹਾਂ ਮੰਦਰ ਹੋਵੇ। ਜਿਹੜਾ ਸੱਚ ਹੈ ਵਹੀ ਪੀਰ ਹੋਵੇ। ਕਲਮਾ ਕਰਮ ਨਿਵਾਜ ਜਿਹੜੇ ਨਿਸ਼ਕਾਮ ਕਰਮ ਕਰਨੇ ਹਨ, ਇਹ ਕਲਮਾਂ ਦਾ ਪੜ੍ਹਨਾ ਹੈ। ਜਿਹੜੀ ਨਿਮਰਤਾ ਧਾਰਨ ਕਰ ਰਹੀ ਹੈ, ਇਹ ਨਿਵਾਜ ਗੁਜ਼ਾਰਨੀ ਕਰੇ। ਤਸਬੀਹ ਸਾਤ ਸੁਭਾਵ ਸੀ। ਹਾਂ, ਤਸਬੀਹ ਕੀ ਜਿਹੜੀ ਮਾਲਾ ਹੈ, ਇਹ 101 ਮਣਕੇ ਦੀ ਜਿਹੜੀ ਮਾਲਾ, ਉਸ ਨੂੰ ਤਸਬੀਹ ਕਿਹਾ ਜਾਂਦਾ ਹੈ। ਆਪਾਂ ਇਧਰ ਮੁਸਲਮਾਨ ਮਾਲਾ ਕਹਿ ਦਿੰਦੇ, ਇਹ ਤਸਬੀਹ ਕਹਿੰਦੇ। ਉਸਦਾ ਨਾਂ ਤਸਬੀਹ ਸਾਹ ਤਿਸ ਭਾਵ ਸੀ, ਜਿਹੜਾ ਤਿਸ ਵਾਹਿਗੁਰੂ ਨੂੰ ਭਾ ਜਾਣਾ, ਚੰਗੇ ਲੱਗ ਜਾਣਾ ਹੈ। ਇਹ ਕਹਿੰਦੇ ਤਸਬੀਹ ਕੀ ਮਾਲਾ ਫੇਰਨੀ ਕਰੇ। ਨਾਨਕ ਰੱਖੈ ਲਾਜ ਨਾਨਕ ਰੱਖੈ ਲਾਜ। ਜਿਹੜੇ ਕੋਈ ਮਾੜੇ ਕੰਮ ਹੈ ਉਹਨਾਂ ਵਿੱਚੋਂ ਕਹਿੰਦੇ ਸ਼ਰਮ ਧਾਰਨ ਕਰਕੇ ਲਗਿਆ ਰੱਖੇ। ਜਿਹੜੇ ਵਿਸ਼ੇ ਹਨ ਉਹਨਾਂ ਵਿੱਚੋਂ ਵੀ ਸ਼ਰਮ ਰੱਖੇ, ਉਹਨਾਂ ਵਿੱਚ ਵੀ ਪ੍ਰਵਿਰਤ ਨਾ ਹੋਵੇ। ਜਿਹੜਾ ਵਾਹਿਗੁਰੂ ਨੂੰ ਪਾ ਜਾਣਾ, ਇਹ ਅਸਲੀ ਮਾਲਾ ਹੈ। ਜਿਹੜਾ ਇਹ ਮਾਲਾ ਫੇਰਦਾ ਉਹ ਪਰਮੇਸ਼ਰ ਨੂੰ ਪਾਉਣ ਰੂਪ, ਫਿਰ ਉਹਦੀ ਪਰਮੇਸ਼ਰ ਲੱਜਿਆ ਰੱਖਦਾ ਹੈ। ਮਹੱਲਾ ਪਹਿਲਾ ਹਿੰਦੂ ਮੂਲੇ ਭੁੱਲੇ ਅਖੁੱਟੀ ਜਾਹੇ। ਕਹਿਣ ਲੱਗਿਆ ਮਹਾਰਾਜ ਫਿਰ ਜਿਹੜੇ ਹਿੰਦੂਆਂ ਦੇ ਸੰਬੰਧ ਵਿੱਚ ਵੀ ਤੁਸੀਂ ਕੋਈ ਹੈ ਨਹੀਂ ਹੈ, ਵੀ ਇਹ ਨਹੀਂ ਹੈ। ਮੈਂ ਮਹਾਰਾਜ ਕਹਿੰਦੇ ਹਾਂ ਠੀਕ ਕਹਿੰਦੇ, ਹਿੰਦੂ ਮੂਲੇ ਭੁੱਲੇ, ਜਿਹੜਾ ਮੂਲ ਰੂਪ ਪਰਮੇਸ਼ਰ ਹੈ, ਜਾਂ ਮੁੱਢ ਤਾਈਂ ਮੂਲੇ ਉੱਕਾ ਹੀ ਭੁੱਲੇ ਜਾ ਰਹੇ ਆ, ਤੇ ਇਸੇ ਤਰ੍ਹਾਂ ਨਖੁੱਟਦੇ ਜਾ ਰਹੇ ਆ, ਮੁੱਕਦੇ ਜਾ ਰਹੇ ਆ। ਕੋਈ ਵੀ ਮੂਲ ਰੂਪ ਪਰਮੇਸ਼ਰ ਨਾਲ ਹਿੰਦੂ ਜੁੜਿਆ ਨਹੀਂ ਦਿਸਦਾ।
ਸਗੋਂ ਇਹਨੂੰ ਖੁੱਟਦੇ ਜਾ ਰਹੇ, ਮੁੱਕਦੇ ਜਾ ਰਹੇ, ਘਟਦੇ ਜਾ ਰਹੇ ਆ, ਭੁੱਲੇ ਹੋਏ। ਨਾਰਦ ਕਹਿਆ ਸੇ ਪੂਜ ਕਰਾਹੀ। ਕਿਉਂਕਿ ਇਹਨਾਂ ਹਿੰਦੂਆਂ ਨੇ ਨਾਰਦ ਨੇ ਕਹਿ ਦਿੱਤਾ ਹੈ ਤੇ ਉਹ ਉਹਦੇ ਕਰਕੇ ਇਸੇ ਪੂਜ ਕਰਾਹੀ। ਇੱਥੇ ਕਹਿੰਦੇ ਪੱਥਰਾਂ ਦੀ ਪੂਜਾ ਕਰਾਈ ਜਾਂਦੇ। ਨਾਰਦ ਨੇ ਤਾਂ ਹਿੰਦੂਆਂ ਨੇ ਕਿਹਾ ਸੀ ਵੀ ਜੇ ਤੁਸੀਂ ਸੁਖੱਲੇ ਢੰਗ ਨਾਲ ਧਿਆਨ ਕਰਨਾ ਹੈ ਤੇ ਉਹ ਭਗਵਾਨ ਨੂੰ ਸੌਖੇ ਢੰਗ ਨਾਲ ਯਾਦ ਕਰਨਾ ਹੈ ਤੇ ਤੁਸੀਂ ਵੀ ਉਹ ਭਗਵਾਨ ਦੇ ਵਾਹਨ ਦੀ ਮੂਰਤੀ ਜੀ ਬਣਾ ਲਓ, ਉਹਦਾ ਪੁੱਤ ਜਿਹਾ ਬਣਾ ਲਓ, ਜਾਣੀ ਗਰੜ ਦੀ ਮੂਰਤੀ ਜੀ ਬਣਾ ਲਓ। ਜਦੋਂ ਗਰੜ ਦੇਖੋਗੇ ਤੁਹਾਨੂੰ ਭਗਵਾਨ ਯਾਦ ਆਇਆ ਜਾਇਆ ਕਰੂਗਾ। ਉਹਨਾਂ ਨੇ ਗਰੜ ਵੀ ਬਣਾ ਲਿਆ, ਨਾਲ ਹੀ ਭਗਵਾਨ ਦੀ ਪੱਥਰ ਦੀ ਮੂਰਤੀ ਬਣਾ ਲਈ। ਇਸ ਤਰ੍ਹਾਂ ਕਿਹਾ ਤਾਂ ਸੀ ਉਹ ਢੰਗ ਤਰੀਕਾ ਵੀ ਇਹਦੇ ਰਾਹੀਂ ਤੁਹਾਨੂੰ ਭਗਵਾਨ ਯਾਦ ਆਇਆ ਕਰੂਗਾ ਤੇ ਉਹਦੀ ਪੂਜਾ ਹੀ ਕਰਨ ਲੱਗ ਪਏ। ਸੇ ਹੱਸਦਾ ਤਿੰਨਾਂ ਦਾ ਵੀ ਹੁੰਦਾ, ਤਿੰਨਾਂ ਲੋਕਾਂ ਦੇ ਵਿੱਚ ਹੀ ਉਹਦੀ ਕਹਿੰਦੇ ਪੱਥਰਾਂ ਦੀ ਪੂਜਾ ਕਰਨ ਲੱਗ ਪਏ ਹਨ। ਇਹ ਅੰਧੇ ਗੁੰਗੇ ਅੰਧ ਅੰਧਾਰ, ਜਿਹੜੇ ਪੱਥਰ ਆ ਅੰਨੇ, ਉਹਨਾਂ ਨੂੰ ਕੁਝ ਦਿਸਦਾ ਨਹੀਂ, ਉਹਨਾਂ ਦੇ ਅੱਖਾਂ ਨਹੀਂ, ਗੂੰਗੇ ਆ, ਬੋਲਦੇ ਨਹੀਂ ਤੇ ਪੱਥਰਾਂ ਦੇ ਅੰਦਰ ਅੰਧ ਕੀ ਗਿਆਨ ਦਾ ਉਹ ਹਨੇਰਾ ਹੋਣ ਕਰਕੇ ਉਹ ਅੰਨੇ ਹਨ। ਪਾਥਰ ਲੈ ਪੂਜੈ ਮੁਗਧ ਗਵਾਰ, ਜਿਹੜੇ ਕਹਿੰਦੇ ਪੱਥਰਾਂ ਨੂੰ ਲੈ ਕੇ ਪੂਜਦੇ ਉਹ ਮਨ ਕਰਕੇ ਵੀ ਬੇਸਮਝ ਹੈ, ਸਰੀਰ ਕਰਕੇ ਵੀ ਗਵਾਰ ਬੇਸਮਝ ਹੈ, ਮਹਾਮੂਰਖ ਹਨ। ਉਹ ਜੇ ਆਪ ਡੁੱਬੇ ਤੁਮ ਕਹਾ ਤਾਰਨ ਹਾਰ, ਕਹਿੰਦੇ ਵੀ ਉਹ ਜਿਹੜੇ ਪੱਥਰ ਹੈ ਜਦੋਂ ਆਪ ਪਾਣੀ ਵਿੱਚ ਪੀਏ ਤੇ ਡੁੱਬ ਜਾਂਦੇ ਹੈ, ਤੁਹਾਨੂੰ ਭਲਾ ਕਿੱਥੇ ਤਾਰਨ ਵਾਲੇ ਹੋ ਸਕਦੇ ਹੈ। ਜਿਹੜਾ ਪੱਥਰ ਆਪ ਪਾਣੀ ਵਿੱਚ ਸਿੱਟਿਆ ਡੁੱਬਦਾ ਹੈ, ਤੁਹਾਨੂੰ ਭਲਾ ਕਿਵੇਂ ਤਾਰਨ ਵਾਲਾ ਹੋਵੇਗਾ। ਇਸ ਕਰਕੇ ਇਹ ਪੱਥਰਾਂ ਦੀ ਪੂਜਾ ਕਰਨ ਵਾਲੇ ਕਰਨ ਕਰਕੇ ਇਹ ਵੀ ਹਿੰਦੂ ਮੂਲ ਰੂਪ ਜਿਹੜਾ ਪਰਮੇਸ਼ਰ ਤੋਂ ਭੁੱਲੇ ਹੋਏ ਜਾ ਰਹੇ ਤੇ ਮੁੱਕਦੇ ਜਾ ਰਹੇ। ਆ ਕੋਈ ਬਿਰਲਾ ਹੋ ਜਿਹੜਾ ਭਗਵਾਨ ਦਾ ਉਪਾਸਨਾ ਕਰਨ ਵਾਲਾ, ਨਹੀਂ ਸਭ ਪੱਥਰ ਪੂਜ ਕੀ ਬਣ ਰਹੇ ਹਨ। ਦੋਹਰਾ ਮੁਸਲਮਾਨ ਮਗ ਹਿੰਦ ਕੋ, ਸਾਰਾ ਕਹਿੰਦੇ ਵੀ ਆ ਜਿਹੜਾ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਰਸਤਾ ਹੈ। ਅਸਬਿਦ ਲੈ ਹੋ ਪਛਾਨ, ਇਸ ਤਰ੍ਹਾਂ ਦਾ ਕਹਿੰਦੇ ਜਿਵੇਂ ਤੁਹਾਨੂੰ ਕਿਹਾ ਉਹੋ ਜਿਹਾ ਪਛਾਣ ਲਓ। ਕਰਮ ਨਾ ਸ਼ੁਭ ਕਰਹੀ ਉਬੈ, ਦੋਵੇਂ ਜਿਹੜੇ ਹਨ ਚੰਗਾ ਕਰਮ ਤਾਂ ਬਿਲਕੁਲ ਨਹੀਂ ਇਹ ਕਰਦੇ ਹਨ। ਝੂਠੇ ਨਾਮ ਬਖਾਨ, ਝੂਠੇ ਹੀ ਨਾਮ ਕਹੀ ਜਾਂਦੇ ਵੀ ਅਸੀਂ ਅਸਲੀ ਹਿੰਦੂ ਹਾਂ ਜੀ, ਅਸੀਂ ਅਸਲੀ ਮੁਸਲਮਾਨ ਹਾਂ। ਚੌਪਈ ਮਗ ਭੂਲੇ ਫਿਰ ਹੀ ਉਦਿਆਨਾ, ਅਸਲੀ ਜਿਹੜਾ ਭਾਵ ਭਗਤੀ ਵਾਲਾ ਰਸਤਾ ਭੁੱਲ ਕੇ ਉਹ ਜੰਗਲ ਵਿੱਚ ਫਿਰਦੇ ਆ, ਉਜਾੜ ਵਿੱਚ ਫਿਰਦੇ ਆ। ਕੈਸੇ ਪਹੁੰਚੈ ਸੁਖ ਅਸਥਾਨਾ, ਜਿਹੜਾ ਵੀ ਸੁਖ ਵਾਲਾ ਸਥਾਨ ਉੱਥੇ ਕਿਸ ਤਰ੍ਹਾਂ ਇਹ ਪਹੁੰਚਣਗੇ। ਸੁਨ ਕਰ ਕਾਜੀ ਲੱਜਤ ਹੋਤ, ਮਹਾਰਾਜ ਦੀਆਂ ਖਰੀਆਂ ਸੁਣ ਕੇ ਜਿਹੜਾ ਕਾਜੀ ਤਾਂ ਬਹੁਤ ਸ਼ਰਮਸ਼ਾਰ ਹੋ ਗਿਆ ਹੈ। ਜੋ ਰਬ ਆਗੇ ਰਿੰਗਣ ਜੋਤ, ਜਿਵੇਂ ਸੂਰਜ ਦੇ ਅੱਗੇ ਕਹਿੰਦੇ ਟਟਾਣੇ ਦੀ ਹਾਲਤ ਹੁੰਦੀ ਹੈ ਨਾ, ਉਹਦੀ ਕੋਈ ਰੋਸ਼ਨੀ ਨਹੀਂ ਹੁੰਦੀ ਹੈ। ਇਸ ਤਰ੍ਹਾਂ ਇਹਦੀ ਕੋਈ ਵੀ ਗੱਲ ਨਹੀਂ। ਮਹਾਰਾਜ ਅੱਗੇ ਸਹੀ ਹੋ ਰਹੀ ਹੈ, ਸ਼ਰਮਸ਼ਾਰ ਹੋ ਗਿਆ, ਨੀਵੀਂ ਜੀ ਪਾ ਗਿਆ ਹੈ। ਨਹਿ ਬੋਲਿਓ ਕਛ ਤੂਸ਼ਨ ਭਇਓ, ਕੁਝ ਨਹੀਂ ਬੋਲਿਆ ਹੈ, ਚੁੱਪਚਾਪ ਹੋ ਗਿਆ ਕਾਜੀ। ਉੱਤਰ ਆਵਨਾ ਉੱਠ ਘਰ ਗਇਓ, ਜਦੋਂ ਮਹਾਰਾਜ ਦੇ ਅੱਗੇ ਕੋਈ ਜਵਾਬ ਹੀ ਨਹੀਂ ਆਇਆ, ਉੱਠ ਕੇ ਘਰ ਨੂੰ ਚਲਿਆ ਗਿਆ। ਕੋ ਨਰ ਨੁਤ ਕੋ ਨਿੰਦਾ ਕਰਹੀ, ਇਹਦੇ ਜਾਣ ਤੋਂ ਬਾਅਦ ਕੋਈ ਪੁਰਸ਼ ਮਹਾਰਾਜ ਦੀ ਉਸਤੀ ਕਰਦਾ, ਕੋਈ ਮੂਰਖ ਜਾਂ ਨਿੰਦਾ ਵੀ ਕਰੀ ਜਾਂਦਾ ਹੈ। ਮੂਰਖ ਸਮਝ ਨਾ ਪਾਇਨ ਪਰਹੀ, ਜਿਹੜੇ ਮੂਰਖ ਲੋਕ ਹੈ ਮਹਾਰਾਜ ਨੂੰ ਸਮਝ ਕੇ ਚਰਨੀ ਨਹੀਂ ਪੈਂਦੇ ਹਨ। ਭਾਉ ਭਗਤ ਜਿਹ ਜਗ ਪ੍ਰਗਟਾਨਾ, ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਉ ਭਗਤੀ ਨੂੰ ਪ੍ਰਗਟ ਕੀਤਾ ਸੰਸਾਰ ਵਿੱਚ, ਵੈਸੇ ਰਹੇ ਮਸਾਨ ਸਥਾਨਾ, ਵੈਸੇ ਸਤਿਗੁਰੂ ਕਹਿੰਦੇ ਫੇਰ ਉਹ ਮਸਾਨ ਭੂਮਿਕਾ ਵਾਲੇ ਸਥਾਨ ਤੇ ਬੈਠ ਰਹੇ ਹਨ। ਤੇ ਛਿਨ ਹੋਤੋ ਭਗੀਰਥ ਪਾਸੂ, ਉਸ ਸਮੇਂ ਮਸੀਹੇ ਪਿੰਡ ਦਾ ਜਿਹੜਾ ਭਾਈ ਭਗੀਰਥ ਹੈ
ਉਹ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਹੈ ਸੀ। ਦਰਸ਼ਨ ਕਰਤ ਪਾਏ ਸੁਖ ਰਾਸੂ। ਮਹਾਰਾਜ ਦੇ ਦਰਸ਼ਨ ਕਰਦਾ ਹੋਇਆ ਬਹੁਤਾ ਸੁਖ ਪਾ ਰਿਹਾ ਹੈ ਸੀ। ਆਵਾ ਮਨਮੁਖ ਪ੍ਰੇਮ ਮਨ ਸੁਖ ਪ੍ਰੇਮ ਉਮੰਗਾ। ਇੰਨੇ ਨੂੰ ਪ੍ਰੇਮ ਦੇ ਜਿਹਦੇ ਅੰਦਰ ਪ੍ਰੇਮ ਉਛਲਿਆ ਹੋਇਆ, ਪ੍ਰੇਮ ਪੈਦਾ ਹੋਇਆ, ਉਹ ਲਾਹੌਰ ਤੋਂ ਚੱਲਦਾ ਹੋਇਆ ਮਨਸੁਖ ਸ਼ਾਹੂਕਾਰਾ ਪਹੁੰਚਾ। ਜਿਹ ਮਨ ਚੜਿਓ ਨਾਮ ਕੋ ਰੰਗਾ। ਜਿਸ ਸ਼ਾਹੂਕਾਰ ਦੇ ਮਨ ਨੂੰ ਨਾਮ ਦਾ ਰੰਗ ਬੜਾ ਚੜਿਆ ਹੋਇਆ ਹੈ। ਹਾਥ ਬੰਦ ਕੈ ਬੰਧਨ ਕੀਨੇ। ਮਨਸੁਖ ਸ਼ਾਹੂਕਾਰ ਨੇ ਸਭ ਤੋਂ ਪਹਿਲਾਂ ਹੱਥ ਜੋੜ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ। ਪਰਿਓ ਡੰਡਵਤ ਮਤ ਰਸ ਪੀਨੇ। ਟੰਡੇ ਵੱਲ ਸਿੱਧਾ ਪੈ ਕੇ ਡਾਟ ਕੀਤੀ ਹੈ, ਬੁੱਧੀ ਪ੍ਰੇਮ ਵਿੱਚ ਭਿੱਜ ਗਈ ਹੈ। ਸਤ ਕਰ ਤਾਰ ਕਹੀ ਸੁਖ ਰਾਸੂ। ਸੁਖਾਂ ਦੇ ਕਰ ਖਜ਼ਾਨੇ ਸਤਿਗੁਰੂ ਨੇ ਵੀ ਸਤ ਕਰਤਾਰ ਧਨ ਕਰਤਾਰ। ਬੂਝੀ ਕੁਸ਼ਲ ਸਰਬ ਪੁਨ ਤਾਸੂ। ਮੇਰੇ ਮਨਸੁਖ ਸ਼ਾਹੂਕਾਰ ਦੇ ਪਾਸੋਂ ਸੁਖ ਸਾਧ ਰਾਜੀ ਖੁਸ਼ੀ ਪੁੱਛ ਲਈ। ਗਦ ਗਦ ਹੋਇ ਕਰ ਬੈਠ ਸਮੀਪਾ। ਇਹ ਮਹਾਰਾਜ ਦੇ ਕੋਲ ਬੈਠ ਗਿਆ ਤੇ ਗਦਗਦ ਹੋ ਗਿਆ, ਗਲਾ ਇਸ ਦਾ ਰੁਕ ਗਿਆ ਹੈ। ਬੋਲਿਓ ਬਚਨ ਤਬ ਹੈ ਕੁਲ ਦੀਪਾ। ਉਸ ਵੇਲੇ ਜੇ ਕੁਲ ਦੇ ਬੰਦੀਆਂ ਦੀ ਕੁਲ ਦੇ ਦੀਵਾ ਰੂਪ ਪ੍ਰਕਾਸ਼ ਗੁਰੂ ਸਤਿਗੁਰੂ ਉਹਨਾਂ ਨੂੰ ਬਚਨ ਬੋਲਿਆ ਹੈ। ਸਰਬ ਕੁਸ਼ਲ ਭੀ ਦਰਸ ਤੁਮਾਰੇ। ਇਹ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸਭ ਤਰ੍ਹਾਂ ਦੀ ਖੈਰ ਸੁਖ ਹੈ। ਬੁਝ ਤਨ ਮਨ ਤੇ ਕਸ਼ਟ ਨਿਵਾਰੇ। ਮੇਰੇ ਤਾਂ ਸਰੀਰ ਕਰਕੇ ਸਰੀਰ ਦੇ ਵੀ ਮਨ ਦੇ ਸਾਰੇ ਦੁੱਖ ਤੁਸੀਂ ਨਿਵਰਤ ਕਰ ਦਿੱਤੇ ਹੈ। ਚੱਲਿਓ ਚਹਿਤ ਹਾਂ ਮੈਂ ਪਰਦੇਸਾ। ਇਹ ਗੁਰੂ ਨਾਨਕ ਸਾਹਿਬ ਜੀ, ਮੈਂ ਹੁਣ ਪ੍ਰਦੇਸ਼ ਨੂੰ ਬਾਹਰਲੇ ਦੇਸ਼ ਨੂੰ ਜਾਇਆ ਚਾਹੁੰਦਾ ਹਾਂ। ਸ੍ਰੀ ਮੁਖ ਕੀ ਅਬ ਪਾਏ ਨਿਦੇਸ਼ਾ। ਸਵਾਏ ਮਾਨ ਆਪ ਜੀ ਦੇ ਮੁਖ ਦੀ ਆਗਿਆ ਪਾ ਕੇ ਹੁਣ ਬਨਜ ਖੇਪ ਕੋ ਭਰ ਕਰ ਭਾਰੀ। ਮਹਾਰਾਜ ਜਹਾਜ਼ ਦੇ ਵਿੱਚ ਜਿਹੜਾ ਸੌਦਾ ਉਹਦੀ ਖੇ ਵਸਤੂ ਭਾਰੀ ਭਰ ਕੇ ਬਹੁਤ ਵਸਤੂ ਪਾ ਕੇ ਸਮੁੰਦਰੀ ਜਹਾਜ਼ ਵਿੱਚ ਜਾਉ ਸੰਗਲਾ ਦੀਪ ਮਝਾਰੀ। ਜਿੱਥੇ ਮਹਾਰਾਜ ਸਿੰਗਲਾ ਦੀਪ ਟਾਪੂ ਹੈ ਉੱਥੇ ਮੈਂ ਜਾਵਾਂਗਾ। ਵਹ ਦਿਨ ਬਹੁ ਬਿਰਹੋ ਤੁਮਾਰਾ। ਉਹ ਮਹਾਰਾ ਦੂਰ ਹੈ ਸਿੰਗਲਾ ਦੀਪ, ਜਿਸ ਕਰਕੇ ਬਹੁਤ ਦਿਨ ਤੱਕ ਆਪ ਜੀ ਦਾ ਵਿਛੋੜਾ ਪਿਆ ਰਹੇਗਾ, ਦਰਸ਼ਨ ਹੋ ਨਹੀਂ ਸਕਣੇ ਹਨ। ਉੱਚ ਰਹੋ ਆਪ ਸ਼ਬਦ ਸੁਖ ਸਾਰਾ। ਜੋ ਸ੍ਰੇਸ਼ਟ ਸੁਖਾਂ ਨੂੰ ਦੇਣ ਵਾਲੇ ਸ਼ਬਦ ਆਪ ਮੁਖਾਰਬਿੰਦ ਤੋਂ ਉਚਾਰਨ ਕਰਿਓ ਜੀ। ਮੈਂ ਲਿਖ ਲਿਓ ਪਠੋਂ ਕਰ ਨੇਮਾ। ਉਹਨਾਂ ਸ਼ਬਦਾਂ ਨੂੰ ਮਹਾਰਾਜ ਇਸ ਸਮੇਂ ਮੈਂ ਲਿਖ ਲਵਾਂਗਾ ਤੇ ਨਿਯਮ ਨਾਲ ਹਮੇਸ਼ਾ ਪੜਿਆ ਕਰਾਂਗਾ। ਜਿਨ ਤੇ ਵਧੈ ਗੁਰੂ ਪਗ ਪ੍ਰੇਮਾ। ਜਿਨ੍ਹਾਂ ਸ਼ਬਦਾਂ ਨੂੰ ਪੜ੍ਹਨ ਕਰਕੇ हे ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਵਧੇਗਾ ਮੇਰੇ ਮਨ ਵਿੱਚ। ਸੁਨ ਕਰ ਬਚਨ ਦੀਨ ਦੁਖ ਭੰਜਨ। ਜੋ ਗਰੀਬਾਂ ਦੇ ਦੁੱਖਾਂ ਨੂੰ ਤੋੜਨ ਵਾਲੇ ਸਤਿਗੁਰੂ ਮਨਸੁਖ ਸ਼ਾਹੂਕਾਰ ਦੇ ਬਚਨਾਂ ਨੂੰ ਸੁਣ ਕਰਕੇ ਉਚਰੇ ਰੁਚਰ ਸ਼ਬਦ ਜਿਨ ਰੰਜਨ। ਜਿਨ ਜਿਹੜੇ ਦਾਸਾਂ ਨੂੰ ਕਹਿੰਦੇ ਖੁਸ਼ ਕਰਨ ਵਾਲੇ ਉਹ ਸ਼ਬਦ ਮਹਾਰਾਜ ਨੇ ਬਹੁਤ ਸੁੰਦਰ ਉਚਾਰਨ ਕੀਤੇ ਹਨ। ਸ੍ਰੀ ਕਰਤਾਰ ਗੁਰੂ ਵਡਿਆਈ। ਇਨ੍ਹਾਂ ਸ਼ਬਦਾਂ ਵਿੱਚ ਸੋਭਾ ਵਾਲਾ ਜਿਹੜਾ ਕਰਤਾਰ ਉਹਦੀ ਵਡਿਆਈ ਜਾਂ ਗੁਰੂ ਦੀ ਬੜ ਵਡਿਆਈ ਹੈ। ਭਗਤ ਬਿਰਕਤਾ ਗਿਆਨ ਮਿਲਾਈ। ਜਿਹਦੇ ਵਿੱਚ ਭਗਤੀ ਤੇ ਵਿਰਾਗ ਤਿਆਗ ਵਿਰਾਗ ਆਦਿਕ ਗਿਆਨ ਮਿਲਾਇਆ ਹੋਇਆ ਹੈ। ਅਸ ਬਾਣੀ ਮਨ ਸੁਖ ਲਿਖ ਲੀਨੇ। ਐਸੀ ਜਿਹੜੀ ਬਾਣੀ ਉਚਾਰਨ ਕੀਤੀ ਮਨਸੁਖ ਸ਼ਾਹੂਕਾਰ ਨੇ ਲਿਖ ਲੈਣਾ ਕੀਤੀ ਹੈ। ਪੜ ਕਰ ਪਰਮ ਪ੍ਰੇਮ ਮਤ ਭੀਨੀ। ਬਾਣੀ ਪੜ ਕਰਕੇ ਬਹੁਤ ਪ੍ਰੇਮ ਵਿੱਚ ਇਹਦੀ ਬੁੱਧੀ ਭਿੱਜ ਗਈ, ਲੀਨ ਹੋ ਗਈ ਹੈ। ਬਹੁਰੋ ਬੋਲੇ ਗੁਰੂ ਉਦਾਰਾ। ਉਸ ਤੋਂ ਬਾਅਦ ਫਿਰ ਸਤਿਗੁਰੂ ਜੀ ਬੋਲੇ ਜੋ ਸਖੀ ਦਾਤੇ ਹਨ। ਮੱਜੋ ਨਿਸਾ ਜਾਮ ਸ਼ੁਭ ਬਾਰਾ। ਕਹਿੰਦੇ ਵੀ ਮਨਸੁਖ ਸ਼ਾਹੂਕਾਰ ਚੰਗੇ ਪਾਣੀ ਦੇ ਨਾਲ ਇਸ ਤਰ੍ਹਾਂ ਰਾਤ ਸਮੇਂ ਇਸ਼ਨਾਨ ਕਰਿਆ ਕਰ, ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਿਆ ਕਰ। ਤਜ ਆਲਸ ਜਾਗਹੁ ਤੇ ਕਾਲਾ। ਜਦੋਂ ਪਹਿਰ ਰਾਤ ਰਹਿ ਜਾਏ ਆਲਸ ਛੱਡ ਕੇ ਉਸ ਵੇਲੇ ਤੂੰ ਜਾਗਿਆ ਕਰ। ਪੜ੍ਹੋ ਤਬੈ ਫਲ ਹੋਤ ਵਿਸਾਲਾ। ਫਿਰ ਜਿਹੜੇ ਸ਼ਬਦ ਤੈਨੂੰ ਲਿਖਾਏ ਹੈ ਪੜਿਆ ਕਰ, ਤੈਨੂੰ ਬਹੁਤ ਹੀ ਕਹਿੰਦੇ ਫਲ ਪ੍ਰਾਪਤ ਹੋਵੇਗਾ। ਇੱਕ ਮਨ ਹੋਇ ਕੈ ਪ੍ਰੀਤ ਸਮੇਤਾ। ਇਹਨਾਂ ਸ਼ਬਦਾਂ ਨੂੰ ਇੱਕ ਮਨ ਹੋ ਕੇ ਬੜੀ
ਪ੍ਰੀਤੀ ਦੇ ਸਹਿਤ ਗੁਣ ਹੋਤਾ ਭਾਵਹੁ ਬ੍ਰਹਮ ਨਿਕੇਤਾ ਇਹਨਾਂ ਸ਼ਬਦਾਂ ਨੂੰ ਵਿਚਾਰੇਗਾ ਫਿਰ ਬ੍ਰਹਮ ਦਾ ਸਰੂਪ ਪਰਮੇਸ਼ਰ ਦਾ ਸਰੂਪ ਵੀ ਪਾ ਲਵੇਂਗਾ। ਕਰਹੁ ਤਿਹਾਵਲ ਹੋਵਤ ਪੂਰਾ ਜਦੋਂ ਸਵੇਰ ਹੋ ਜਾਏ ਫਿਰ ਤੂੰ 3 ਮੇਲ ਦਾ ਪ੍ਰਸ਼ਾਦ ਤਿਆਰ ਕਰ ਲੈਣਾ। ਪਠ ਅਰਦਾਸ ਯੁਗਲ ਕਰ ਜੋਰਾ ਦੋਵੇਂ ਹੱਥ ਜੋੜ ਕੇ ਫਿਰ ਤੂੰ ਅਰਦਾਸ ਪੜ੍ਹਨੀ ਅਰਦਾਸ ਕਰਨੀ ਭੋਗ ਲਾਉਣਾ ਹੈ। ਬਹੁਰ ਬਾਟ ਅਚਵਨ ਨਿਜ ਕੀਜੈ ਫਿਰ ਹੋਰਨਾਂ ਨੂੰ ਵੰਡ ਕੇ ਆਪ ਉਹਦੇ ਵਿੱਚੋਂ ਕਣਕਾ ਮਾਤਰ ਛਕ ਲੈਣਾ ਹੈ। ਦਿਵਸ ਉਗੇ ਬਨ ਜਹ ਮਨ ਦੀਜੈ ਜਦੋਂ ਦਿਨ ਚੜਿਆ ਸੂਰਜ ਚੜ ਗਏ ਫਿਰ ਆਪਣਾ ਜਿਹੜਾ ਮਨ ਹੈ ਕਹਿੰਦੇ ਉਹ ਵਣਜ ਵਪਾਰ ਵਿੱਚ ਤੂੰ ਦੇ ਦੇਣਾ ਉਧਰ ਲਾ ਦੇਣਾ। ਸੰਧਿਆ ਕਾਲਹਿ ਪੜੋ ਬਹੋਰੀ ਜਦੋਂ ਸ਼ਾਮ ਦਾ ਸਮਾਂ ਹੋ ਜਾਏ ਫਿਰ ਕਹਿੰਦੇ ਸ਼ਬਦਾਂ ਨੂੰ ਪੜਨਾ ਤੈਨੇ। ਮਤ ਨਿਤ ਰਾਖੋ ਭਗਤੇ ਬੋਰੀ ਆਪਣੀ ਜਿਹੜੀ ਅਕਲ ਮਤ ਬੁੱਧੀ ਹੈ ਨਾ ਹਮੇਸ਼ਾ ਭਗਤੀ ਵਿੱਚ ਡਬੋ ਕੇ ਲੀਨ ਕਰਕੇ ਰੱਖਣਾ ਤੈਨੇ। ਜਬ ਕੋ ਅਟਕ ਜਾਏ ਵੱਡ ਕਾਜੂ ਇਹ ਵੀ ਮਨਸਕ ਸ਼ਾਹੂਕਾਰ ਜੇ ਕਿਸੇ ਜਿਹੜਾ ਕੋਈ ਕੰਮ ਹੈ ਅੜ ਜਾਏ ਰੁਕ ਜਾਏ ਬਿਘਨ ਪੈ ਜਾਏ ਸਿਮਰੋ ਸਤਿਗੁਰ ਹੋਇ ਸੁਖ ਕਾਜੂ ਇਹ ਜਿਹੜਾ ਸਤਿਗੁਰੂ ਹੈ ਕਹਿੰਦੇ ਉਸ ਨੂੰ ਤੂੰ ਯਾਦ ਕਰਨਾ ਹੈ ਸੁਖ ਨਾਲ ਫਿਰ ਤੇਰਾ ਕੰਮ ਹੋ ਜਾਇਆ ਕਰੇਗਾ। ਅਸ ਪ੍ਰਕਾਰ ਕੋ ਸੁਨ ਉਪਦੇਸ਼ਾ ਇਸ ਤਰ੍ਹਾਂ ਦਾ ਇਹ ਮਨਸੁਖ ਸ਼ਾਹੂਕਾਰ ਨੇ ਉਪਦੇਸ਼ ਸੁਣ ਕੇ ਗਵਨਿਓ ਸਤਿਗੁਰ ਪਾਏ ਨਿਦੇਸ਼ਾ ਮਹਾਰਾਜ ਦੀ ਆਗਿਆ ਪਾ ਕੇ ਫਿਰ ਚਲਿਆ ਗਿਆ ਹੈ। ਗਇਓ ਸੰਗਲਾ ਦੀਪ ਸਥਾਨਾ ਜਿੱਥੇ ਉਹ ਸੰਗਲਾ ਦੀਪ ਸਥਾਨ ਹੈ ਸਮੁੰਦਰ ਵਿੱਚ ਟਾਪੂ ਉੱਥੇ ਚਲਿਆ ਗਿਆ। ਬਹੁਰ ਭਗੀਰਥ ਕੋ ਗੁਣ ਖਾਨਾ ਜਦੋਂ ਇਹ ਚਲਿਆ ਗਿਆ ਉਸ ਤੋਂ ਬਾਅਦ ਜੋ ਗੁਣਾਂ ਦੇ ਖਾਨ ਸਤਿਗੁਰੂ ਹੈ ਉਹਨਾਂ ਨੇ ਭਾਈ ਭਗੀਰਥ ਜੀ ਨੂੰ ਕਿਹਾ ਹੈ ਆਇਸ ਦੀਨ ਸਦਨ ਅਬ ਜਾਵਹੁ ਆਗਿਆ ਦੇ ਦਿੱਤੀ ਵੀ ਤੂੰ ਵੀ ਆਪਣਾ ਮਰਸੀਹਾਂ ਜਿੱਥੇ ਨਗਰ ਵਿੱਚ ਤੇਰੇ ਘਰ ਉੱਥੇ ਚਲਾ ਜਾ। ਹਿਰਦੈ ਸਦਾ ਨਾਮ ਲਿਵ ਲਾਵਹੁ ਹਿਰਦੇ ਵਿੱਚ ਹਮੇਸ਼ਾ ਨਾਮ ਹਿਰਦੇ ਨੂੰ ਸਦਾ ਨਾਮ ਵਿੱਚ ਹੀ ਲਿਵ ਲਾਈ ਰੱਖ। ਹਿਰਦੇ ਵਿੱਚ ਤੇ ਮਨ ਦੀ ਬਿਰਤੀ ਨੂੰ ਨਾਮ ਵਿੱਚ ਲਾਈ ਰੱਖ। ਇਸ ਤਰ੍ਹਾਂ ਇਹ ਦੋਹਾਂ ਨੂੰ ਵਿਦਾ ਕਰਕੇ ਗੁਰੂ ਨਾਨਕ ਸਾਹਿਬ ਜੀ ਉਸੇ ਤਰ੍ਹਾਂ ਫਿਰ ਉਹ ਜਿਹੜਾ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਟਿਕ ਰਹੇ ਹੈ। ਜਿਸ ਤਰ੍ਹਾਂ ਇਹ ਮਨਸੁਖ ਸ਼ਾਹੂਕਾਰ ਸਿੰਗਲਾ ਦੀ ਵਿੱਚ ਗਿਆ ਗੁਰਬਾਣੀ ਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਤੋਂ ਬਾਅਦ ਸ਼ਬਦ ਪੜ੍ਹਦਾ ਹੈ। ਦਿਨੇ ਕੜਾਹ ਪ੍ਰਸ਼ਾਦੀ ਦੇ ਕਰਕੇ ਭੋਗ ਲਵਾ ਕੇ ਸੀਤ ਪ੍ਰਸ਼ਾਦ ਛਕਦਾ ਹੈ। ਇਹੋ ਜਿਹੀ ਰੀਤੀ ਮਰਜ਼ਾਦਾ ਨਵੀਂ ਚੀਜ਼ ਦੇਖ ਕੇ ਉੱਥੋਂ ਦੇ ਲੋਕ ਇਹਦੇ ਤੇ ਤਰਕ ਵਿਤਰਕ ਕਰਦੇ। ਇਸੇ ਤਰ੍ਹਾਂ ਫਿਰ ਇਹਦੇ ਰਾਹੀਂ ਅੱਗੇ ਜਿਹੜਾ ਉੱਥੋਂ ਦਾ ਪਾਤਸ਼ਾਹ ਸੀ ਉਹਨੂੰ ਰੰਗ ਲੱਗਿਆ ਉਹਦਾ ਵੀ ਉਦਾਰ ਸੁਧਾਰ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਵੀ ਜਾ ਕੇ ਦਰਸ਼ਨ ਦਿੱਤੇ ਨਿਹਾਲ ਕੀਤਾ ਪ੍ਰਾਣ ਸੰਗਲੀ ਉਚਾਰਨ ਕੀਤੀ ਹੋਰ ਬਖਸ਼ੀਆਂ ਕੀਤੀਆਂ ਉੱਥੇ ਮੰਜੀ ਬਖਸ਼ੀ। ਇਸ ਤਰ੍ਹਾਂ ਦੇ ਪ੍ਰਸੰਗ ਇਹ ਮਨਸੁਖ ਸ਼ਾਹੂਕਾਰ ਦੇ ਉਧਰ ਜਾਣ ਕਰਕੇ ਆਉਣਗੇ। ਉਹ ਪਲੜੀ ਵਾਰ ਵੀ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਹੀ ਸਮਾਪਤੀ ਹੈ। ਕੱਲ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਦਿਹਾੜਾ ਹੈ। ਇਸ ਸਥਾਨ ਤੇ ਵੀ ਚਾਹ ਵਗੈਰਾ ਦਾ ਆਪਾਂ ਲੰਗਰ ਛਕਾਵਾਂਗੇ। ਹੋਰ ਵੀ ਨਾਲ ਕੋਈ ਨਾਸ਼ਤਾ ਬਣ ਜਾਏਗਾ। ਜਿਨ੍ਹਾਂ ਨੇ ਥੋੜਾ ਬਹੁਤ ਉਸ ਵਿੱਚ ਇੱਛਾ ਪਾਉਣਾ ਸ਼ਾਮ ਤੱਕ ਇੱਥੇ ਪਹੁੰਚਾਉਣ ਦੀ ਕਿਰਪਾ ਕਰਨ। ਛਾਉਣੀ ਗੁਰਦੁਆਰਾ ਸਾਹਿਬ ਵਿਖੇ ਤਾਂ ਵਿਸ਼ੇਸ਼ ਰੂਪ ਦੇ ਵਿੱਚ ਕੱਲ੍ਹ ਤੋਂ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੈ। ਇਸੇ ਤਰ੍ਹਾਂ ਕੱਲ੍ਹ ਹੀ ਸਾਰੇ ਨਗਰ ਵਿੱਚ ਨਗਰ ਕੀਰਤਨ ਹੋਇਆ। ਆਪ ਸਿੱਖ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਲਏ। ਅੰਮ੍ਰਿਤ ਵੇਲੇ ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਆਗਮਨ ਦਿਹਾੜਾ ਹੈ। ਉਹਨਾਂ ਦੇ ਆਗਮਨ ਖੁਸ਼ੀ ਵਿੱਚ ਆਪਾਂ ਵੀ ਇਸ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦਾ ਇਤਿਹਾਸ ਪੜ੍ਹ ਸੁਣ ਕੇ ਲਾਹੇ ਹਾਸਲ ਕਰਾਂਗੇ। ਹੁਣ ਸਮਾਂ ਪੂਰਾ ਹੋਇਆ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਈ ਜੀ। ਗਇਓ ਸੰਗਲਾ ਦੀਪ ਸਥਾਨਾ ਬਹੁਰ ਭਗੀਰਥ ਕੋ ਗੁਣ ਖਾਨਾ ਆਇਸ ਦੀਨ ਸਦਨ ਅਬ ਜਾਵਹੁ ਹਿਰਦੈ ਸਦਾ ਨਾਮ ਲਿਵ ਲਾਵਹੁ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।